ਕਹਿੰਦੇ ਜਿਹੜਾ ਕੈਪਟਨ ਦਾ ਨਹੀਂ ਬਣਿਆ ਉਹ ਦਾਖੇ ਵਾਲੇ ਤੁਹਾਡਾ ਕੀ ਬਣੂ। ਮੈਂ ਕਿਹਾ ਇਹ ਗੱਲਾਂ ਇੱਥੇ ਰੋਕ ਲਓ। 14-15 ਸਾਲ ਮੈਂ ਵੀ ਬਹੁਤ ਨੇੜੇ ਹੋ ਕੇ ਬਹੁਤ ਕੁਝ ਦੇਖਿਆ, ਮੇਰੇ ਅੰਦਰ ਬਹੁਤ ਕੁਝ ਦਫਨ ਹੈ। ਜਿਹੜੀਆਂ ਗੱਲਾਂ ਤੁਹਾਡੇ ਅੰਦਰ ਦਫਨ ਨੇ ਕੈਪਟਨ ਸਾਹਿਬ ਨੂੰ ਲੈ ਕੇ, ਉਹਦੇ 'ਚ ਕਿਤੇ ਲੋਕਾਂ ਦਾ ਨੁਕਸਾਨ ਤੇ ਨਹੀਂ ਹੋ, ਕਿਤੇ ਐਂ ਤਾਂ ਨਹੀਂ ਕਿ ਪਬਲਿਕ ਪਲੇਟਫਾਰਮ ਤੇ ਆਉਣੀਆਂ ਚਾਹੀਦੀਆਂ ਪਰ ਫਿਰ ਵੀ ਉਹ ਦਫਨ ਨੇ? ਕਿਉਂਕਿ ਪਹਿਲਾਂ ਤਾਂ ਕਿਹਾ ਜਾਂਦਾ ਸੀਗਾ ਤੁਹਾਡੇ ਪਿੱਛੇ ਕੈਪਟਨ ਸਾਹਿਬ ਦਾ ਥਾਪੜਾ ਹੈਗਾ, ਲੇਕਿਨ ਹੁਣ ਚਰਨਜੀਤ ਸਿੰਘ ਚੰਨੀ ਵੀ ਜੋ ਹੈਗੇ ਨੇ ਉਹ ਵੀ ਨਾਲ ਤੁਹਾਡੇ ਤੁਰਦੇ ਪਏ ਆ, ਨਵਜੋਤ ਸਿੰਘ ਸਿੱਧੂ ਵੀ ਤੁਹਾਡੇ ਨਾਲ ਤੁਰਦੇ ਪਏ ਆ। ਪਿਛਲੀ ਵਾਰ ਦੀਆਂ ਚੋਣਾਂ ਤੇ ਹੁਣ ਦੀਆਂ ਚੋਣਾਂ ਤੁਹਾਡੇ ਲਈ ਕਿੰਨੀਆਂ ਮੁਸ਼ਕਲਾਂ ਨੇ? ਮੈਂ 3 ਪੁਸ਼ਤੀ ਕਾਂਗਰਸ ਪਰਿਵਾਰ ਤੋਂ ਆਉਂਦਾ। ਮੇਰਾ ਦਾਦਾ ਕਾਂਗਰਸ ਦਾ ਵੋਟਰ ਸੀ, ਮੇਰਾ ਫਾਦਰ ਕਾਂਗਰਸ ਦਾ ਵਰਕਰ ਸੀ। ਮੈਂ ਪਾਰਟੀ ਨਹੀਂ ਛੱਡੀ, ਮੈਂ ਮਾਂ ਨਹੀਂ ਛੱਡੀ। ਇੱਕ ਸਵਾਲ ਕੈਪਟਨ ਸਾਹਿਬ ਲੋਕਾਂ ਦਾ ਇਹ ਵੀ ਹੈਗਾ, ਲੋਕ ਕਹਿੰਦੇ ਕਿ ਕੈਪਟਨ ਸੰਦੀਪ ਸੰਧੂ ਆਊਟਸਾਈਡਰ ਹੈ, ਉਹ ਕਿਸ ਤਰੀਕੇ ਦੇ ਨਾਲ ਭਲਾ ਕਰ ਸਕਦੇ ਆ? 1984 ਵੇਲੇ ਫੈਸਲਾ ਲਿੱਤਾ ਕੈਪਟਨ ਸਾਹਿਬ ਨੇ, ਕੰਦੂ ਖੇਡ ਵੇਲੇ ਫੈਸਲੇ ਲਿੱਤੇ। ਆਹ ਜਿਹੜਾ ਫੈਸਲਾ ਹੈ ਨਾ, ਇਸ ਨੂੰ ਵੀ ਲੋਕ ਉਸ ਤਰੀਕੇ ਨਾਲ ਪਰਖਣਗੇ। ਇਹ ਇਹੋ ਜਿਹਾ ਫੈਸਲਾ ਹੈਗਾ ਜਿਹੜਾ ਪੰਜਾਬ ਦੇ ਹਰ ਪੰਜਾਬੀ ਨਾਲ ਜੁੜਿਆ ਹੋਇਆ ਹੈਗਾ। ਸਾਹਿਬ ਤੁਹਾਨੂੰ ਲੱਗਦਾ ਤੁਸੀਂ ਕਾਂਗਰਸ ਦੀ ਮੁੱਲਾਪੁਰ ਦਾਖਾ ਦੇ ਵਿੱਚ ਤਕਦੀਰ ਬਦਲੋਗੇ? ਕਿਉਂਕਿ ਫੁਲਕਾ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਤਾਂ ਬਦਲਤੀ ਸੀ। ਸਾਹਿਬ ਮੈਂ ਕੌਣ ਹੁੰਦਾ ਤਕਦੀਰ ਬਦਲਣ ਵਾਲਾ? ਮੈਂ ਤਾਂ ਆਪਦੀ ਤਕਦੀਰ ਲੈ ਕੇ ਫਿਰਦਾ। ਤੁਸੀਂ ਤਾਂ ਫਿਰ ਕਿਤੇ ਕੁਝ ਕੰਮ ਹੀ ਨਾ ਕਰ ਸਕੋ। ਕੱਲ ਨੂੰ ਜਿਹੜੀ ਸਾਡੇ ਬਾਰਡਰ ਤੇ ਸਾਡੇ ਸਿਪਾਹੀ ਬੈਠੇ ਆ, ਉਹ ਕਹਿਣ ਜੀ ਮੈਂ ਤਾਂ ਪਹੂ ਪਿੰਡ ਦਾ ਹੈਗਾ ਤੇ ਤੁਸੀਂ ਮੈਨੂੰ ਇੱਥੇ ਨੇਪਾਲ ਦੇ ਬਾਰਡਰ ਤੇ ਲਾਤਾ ਹੈਗਾ ਤੇ ਮੈਂ ਤਾਂ ਆਊਟਸਾਈਡਰ ਹਾਂ। ਡਰਮ ਭਰਾ ਕੇ ਜਿਹਨੇ ਜਾ ਕੇ ਖੇਤਾਂ 'ਚ ਟਰੈਕਟਰ ਵਾਹੁਣਾ ਹੈਗਾ, ਜਦੋਂ ਉਹਨੂੰ ਫਰਕ ਪੈਂਦਾ ਵੀ 5 ਰੁਪਏ ਲੀਟਰ ਪਿੱਛੇ ਮੇਰਾ 1000 ਰੁਪਏ ਮੇਰਾ ਸਸਤਾ ਪੈ ਗਿਆ ਡਰਮ, ਫਿਰ ਪਤਾ ਲੱਗਦਾ ਵੀ ਇੱਕ ਆਮ ਵਰਗ ਤੋਂ ਉੱਠਿਆ ਮੁੱਖ ਮੰਤਰੀ ਕਿਸ ਕਿਸਮ ਦੇ ਫੈਸਲੇ ਲੈਂਦਾ। ਔਰ ਇੱਕ ਜਿਹੜਾ ਮੈਂ ਤਾਂ ਉਹਨੂੰ ਕੀ ਕਹੂੰਗਾ, ਉਹਨੂੰ ਕੀ ਉਹਦਾ ਬੈਕਗਰਾਊਂਡ ਕਹੂੰਗਾ, ਪਰ ਇੱਕ ਗਰੰਟੀਆਂ ਦੇਣ ਵਾਲਾ ਮੁੱਖ ਮੰਤਰੀ ਦਿੱਲੀ ਵਾਲਾ। 3 ਮਹੀਨੇ ਕਰਫਿਊ ਲੱਗਿਆ ਰਿਹਾ। ਸੰਗਤ ਇੱਥੇ ਬੈਠੀ ਹੈ ਕਿ ਮੈਂਬਰ ਸਾਹਿਬਾਨ ਅੱਜ ਇੱਥੇ ਬੈਠੇ ਆ। ਅਸੀਂ 3 ਮਹੀਨੇ ਮੈਂ ਮੋਹਾਲੀ ਜਾਂ ਚੰਡੀਗੜ੍ਹ ਨਹੀਂ ਗਿਆ ਸੀ, ਇੱਥੇ ਰਿਹਾ ਸੀ, ਪਿੰਡੋਂ ਪਿੰਡ ਘੁੰਮਿਆ ਸੀ। ਰਾਸ਼ਨ ਦੀ ਜਿੱਥੇ ਜ਼ਰੂਰਤ ਸੀ ਜਾਂ ਜਿੱਥੇ ਕਿਸੇ ਕਿਸਮ ਦੀ ਕੋਈ ਜ਼ਰੂਰਤ ਸੀ, ਫਰਜ਼ ਸੀ, ਉਹ ਅਹਿਸਾਨ ਕਿਸੇ ਤੇ ਸੀ ਨਹੀਂ ਸੀ, ਇਹ ਤਾਂ ਹਿੰਮਤ ਚਾਹੀਦੀ ਸੀ। ਸਿਆਸਤ ਦੇ ਵਿੱਚ ਸੰਧੂ ਸਾਹਿਬ ਕਹਿੰਦੇ ਗੋਡਫਾਦਰ ਹੋਣਾ ਬੜਾ ਜ਼ਰੂਰੀ ਹੈ। ਤੁਹਾਡੇ ਗੋਡਫਾਦਰ ਕੌਣ ਹੈ, ਕਿਹਨੂੰ ਮੰਨਦੇ ਹੋ? ਕੈਪਟਨ ਸੰਦੀਪ ਸੰਧੂ ਹੋਰਾਂ ਦੇ ਦਫ਼ਤਰ ਦੇ ਵਿੱਚ ਲਗਾਤਾਰ ਇੱਕ ਗੀਤ ਲੂਪ ਤੇ ਵੱਜਦਾ ਪਿਆ ਹੈ। ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ, ਪਰ ਕਿਸਮਤ ਨਖਰੇ ਵੀ ਕਰਦੀ ਹੁੰਦੀ ਹੈ। ਤੁਸੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜ ਚੁੱਕੇ ਹੋ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ। ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦਾ। ਰੋਜ਼ਾਨਾ ਸਪੋਕਸਮੈਨ ਦੀ ਖਾਸ ਪੇਸ਼ਕਸ਼ ਜਵਾਬਦੇਹੀ। ਸਵਾਲ ਤੁਹਾਡੇ, ਜਵਾਬ ਅਸੀਂ ਲੀਡਰਾਂ ਦੇ ਕੋਲੋਂ ਲੈਣੇ ਆ। ਕਿਸਮਤ ਵਾਕਈ ਹੀ ਨਖਰੇ ਕਰਦੀ ਹੈ ਜਦੋਂ ਮੁੱਲਾਪੁਰ ਦਾਖਾ ਦੀ ਗੱਲ ਕਰਦੇ ਹਾਂ, ਕਿਉਂਕਿ ਲਗਾਤਾਰ ਕਿਹਾ ਜਾਂਦਾ ਹੈ ਕਿ ਇਹ ਅਕਾਲੀਆਂ ਦਾ ਗੜ ਰਿਹਾ ਹੈ। ਕੈਪਟਨ ਸੰਦੀਪ ਸੰਧੂ ਮੇਰੇ ਨਾਲ ਨੇ, ਗੱਲਬਾਤ ਸ਼ੁਰੂ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ। ਬਹੁਤ ਬਹੁਤ ਧੰਨਵਾਦ ਲੰਕੇਸ਼ ਜੀ ਕਿ ਤੁਸੀਂ ਆਪਦੇ ਜਿਹੜੇ ਸਰੋਤੇ ਹੈਗੇ ਚੈਨਲ ਦੇ ਉਹਨਾਂ ਨੂੰ ਅੱਜ ਰੂਬਰੂ ਕਰਾ ਰਹੇ ਹੋਗੇ ਮੈਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਸਰ ਐਨਾਲਿਸਿਸ ਕਰ ਰਿਹਾ ਸੀਗਾ, ਜਿੱਥੇ ਤੁਹਾਡਾ ਦਫ਼ਤਰ ਹੈ ਉਹਦੇ ਠੀਕ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਦਫ਼ਤਰ ਹੈ। ਉਹਨਾਂ ਨੇ ਇੱਕ ਪੋਜ਼ ਦੇ ਵਿੱਚ ਇਸ ਤਰੀਕੇ ਦੇ ਨਾਲ ਤਸਵੀਰ ਖਿਚਾਈ ਹੋਈ ਹੈ ਤੇ ਉਹ ਲਗਾਤਾਰ ਤੁਹਾਨੂੰ ਦੇਖਦੇ ਪਏ ਆ। ਇਹ ਜੋ ਆਬਜ਼ਰਵੇਸ਼ਨ ਹੈਗੀ ਆ, ਇਹ ਲੋਕ ਵੀ ਇਸ ਨੂੰ ਆਬਜ਼ਰਵ ਕਰਦੇ ਪਏ ਆ, ਇਹ ਕੀ ਹੈ? ਮੈਂ ਵੀ ਦੇਖਿਆ ਆ ਕੇ ਕਿ ਜਿਹੜਾ ਉਹਨਾਂ ਦਾ ਦਫ਼ਤਰ ਹੈਗਾ ਇੱਥੇ ਸਾਹਮਣੇ ਖੁੱਲ੍ਹ ਗਿਆ। ਔਰ ਮੈਂ ਉੱਥੇ ਜਦੋਂ ਨੋਮੀਨੇਸ਼ਨ ਭਰ ਕੇ ਆਇਆ, ਮੈਂ ਉੱਥੇ ਮੈਨੂੰ ਇਹ ਸਵਾਲ ਪੁੱਛਿਆ ਗਿਆ ਵੀ ਬਾਕੀ ਜਿਹੜੇ ਖਾਸ ਕਰਕੇ ਲੋਕ ਕਾਂਗਰਸ ਵੱਲੋਂ ਜਿਹੜੇ ਉਮੀਦਵਾਰ ਹੋਏ ਆ ਖੜੇ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਮੇਰਾ ਇੱਕ ਹੀ ਗੱਲ ਕਹਿਣਾ ਸੀਗਾ ਕਿ ਬੈਸਟ ਵਿਸ਼ੇਜ਼ ਹੈ, ਬਾਕੀ ਤਾਂ ਫੈਸਲਾ ਲੋਕਾਂ ਨੇ ਕਰਨਾ ਹੈ। ਇਹ ਤਸਵੀਰਾਂ ਦੇ ਦੇਖਣ ਨਾਲ ਜਾਂ ਇਸ ਕਿਸਮ ਦਾ ਮਾਹੌਲ ਬਣਾਉਣ ਨਾਲ ਕੋਈ ਫਰਕ ਨਹੀਂ ਪੈਣਾ। ਕੈਪਟਨ ਸਾਹਿਬ ਇੱਕ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦਾ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਇਹ ਅਕਾਲੀਆਂ ਦਾ ਗੜ ਰਿਹਾ। ਅਸੀਂ ਇਤਿਹਾਸ ਤੇ ਝਾਤ ਮਾਰੀਏ ਤਾਂ 2019 ਦੇ ਬਾਈ ਇਲੈਕਸ਼ਨਸ ਦੇ ਵਿੱਚ ਦੁਬਾਰਾ ਮਨਪ੍ਰੀਤ ਸਿੰਘ ਅਯਾਲੀ ਇੱਥੋਂ ਜਿੱਤੇ ਆ। ਇਹ ਤੁਹਾਡੇ ਲਈ ਕਿੰਨਾ ਕੁ ਟਫ ਹੈਗਾ? ਕਿਉਂਕਿ ਪਹਿਲਾਂ ਤਾਂ ਕਿਹਾ ਜਾਂਦਾ ਸੀਗਾ ਤੁਹਾਡੇ ਪਿੱਛੇ ਕੈਪਟਨ ਸਾਹਿਬ ਦਾ ਥਾਪੜਾ ਹੈਗਾ, ਲੇਕਿਨ ਹੁਣ ਚਰਨਜੀਤ ਸਿੰਘ ਚੰਨੀ ਵੀ ਜੋ ਹੈਗੇ ਨੇ ਉਹ ਵੀ ਨਾਲ ਤੁਹਾਡੇ ਤੁਰਦੇ ਪਏ ਆ, ਨਵਜੋਤ ਸਿੰਘ ਸਿੱਧੂ ਵੀ ਤੁਹਾਡੇ ਨਾਲ ਤੁਰਦੇ ਪਏ ਆ। ਪਿਛਲੀ ਵਾਰ ਦੀਆਂ ਚੋਣਾਂ ਤੇ ਹੁਣ ਦੀਆਂ ਚੋਣਾਂ ਤੁਹਾਡੇ ਲਈ ਕਿੰਨੀਆਂ ਮੁਸ਼ਕਲਾਂ ਨੇ? ਕੋਈ ਵੀ ਜਦੋਂ ਇਲੈਕਸ਼ਨ ਆਉਂਦੀ ਹੈ ਲੰਕੇਸ਼ ਜੀ, ਚੁਣੌਤੀ ਹੁੰਦੀ ਹੈ।
ਪਰ ਮੈਂ ਇੱਕ ਗੱਲ ਮਹਿਸੂਸ ਕਰਦਾ, ਔਰ ਇਸ ਵਾਰ ਆ ਇਲੈਕਸ਼ਨ ਦੇ ਵਿੱਚ ਮੈਂ ਜੋ ਬਹੁਤ ਮਹਿਸੂਸ ਕਰ ਰਿਹਾ ਉਹ ਇਹੀ ਹੈ ਕਿ ਤੁਸੀਂ 2.5 ਸਾਲ ਜੇ ਲੋਕਾਂ ਦੇ ਵਿੱਚ ਵਿਚਰੇ ਹੋ ਬਾਈ ਇਲੈਕਸ਼ਨ ਲੜਨ ਤੋਂ ਬਾਅਦ, ਤੇ ਜਦੋਂ ਆ ਸਮਾਂ ਆਇਆ ਹੈਗਾ ਇਲੈਕਸ਼ਨ ਲੜਨ ਦਾ, ਜਿਸ ਦੇ ਵਿੱਚ ਸਾਰੇ ਪਾਰਟੀਆਂ ਨੇ ਆਪਦੇ ਉਮੀਦਵਾਰ ਪੇਸ਼ ਕੀਤੇ ਹੈ, ਤਾਂ ਇਹ ਜਿਹੜਾ ਫੈਸਲਾ ਹੈਗਾ ਚੁਣੌਤੀ ਵਾਲਾ ਜਾਂ ਕਿੰਨੀ ਕੁ ਸਖਤ ਹੈਗਾ ਜਾਂ ਨਹੀਂ ਹੈਗਾ, ਇਹ ਫੈਸਲਾ ਮੇਰੇ ਕੋਲੇ ਹੈ ਹੀ ਨਹੀਂਗਾ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ। ਮੈਂ ਉਹਦਾ ਉਦਾਹਰਨ ਦਿੰਦਾ। ਆਪਾਂ ਕੋਰਟ ਵਿੱਚ ਕੋਈ ਕੇਸ ਲੜਦੇ ਹਾਂ, ਜਿਹੜਾ ਵਕੀਲ ਹੁੰਦਾ ਉਹ ਆਪਦੀ ਤਜਰਬੇ ਨਾਲ ਜੱਜ ਸਾਹਿਬ ਅੱਗੇ ਦਲੀਲ ਰੱਖਦਾ। ਉਹੀ ਹਾਲਾਤ ਇਲੈਕਸ਼ਨ ਦੌਰਾਨ ਹੁੰਦੇ ਆ। ਇੱਥੇ ਜਿਹੜੇ ਜੱਜ ਸਾਹਿਬ ਹੁੰਦੇ ਆ ਉਹ ਵੋਟਰ ਹੁੰਦੇ ਆ, ਜਿਹੜੀ ਕਚਹਿਰੀ ਹੁੰਦੀ ਹੈ ਉਹ ਜਨਤਾ ਹੁੰਦੀ ਹੈ। ਔਰ ਤੁਸੀਂ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਹੁੰਦੇ ਆ, ਤੁਸੀਂ ਆਪਦੀਆਂ ਗੱਲਾਂ ਜਿਹੜੀਆਂ ਹੈਗੀਆਂ ਇੱਕ ਉਹ ਅੱਗੇ ਰੱਖ ਦਿਓ ਕਿ ਅਸੀਂ ਕੀ ਕੀਤਾ ਜਾਂ ਅਸੀਂ ਕੀ ਕਰ ਸਕਦੇ ਹਾਂ। ਸੋ ਉਹੀ ਮੈਂ ਉਸ ਨੂੰ ਮੈਂ ਚੁਣੌਤੀ ਮੰਨ ਸਕਦਾ ਕਿ ਉਹ ਰੱਖਣ ਵਿੱਚ ਕਿਤੇ ਮੇਰੇ ਵੱਲੋਂ ਕੋਈ ਕਮੀ ਨਾ ਹੋਵੇ। ਅਦਰਵਾਈਜ਼ ਇਹ ਜਿਹੜਾ ਫੈਸਲਾ ਦੇਣਾ ਹੈਗਾ ਇਹ ਲੋਕਾਂ ਨੇ ਦੇਣਾ ਹੈਗਾ, ਜਨਤਾ ਦੀ ਕਚਹਿਰੀ ਵਿੱਚ ਹੋਣਾ ਹੈ। ਇੱਕ ਸਵਾਲ ਕੈਪਟਨ ਸਾਹਿਬ, ਲੋਕਾਂ ਦਾ ਇਹ ਵੀ ਹੈਗਾ, ਲੋਕ ਕਹਿੰਦੇ ਕਿ ਕੈਪਟਨ ਸੰਦੀਪ ਸੰਧੂ ਆਊਟਸਾਈਡਰ ਹੈ, ਉਹ ਕਿਸ ਤਰੀਕੇ ਦੇ ਨਾਲ ਭਲਾ ਕਰ ਸਕਦੇ ਆ? ਆਊਟਸਾਈਡਰ ਕਿੱਥੋਂ ਹੈਗਾ? ਮੈਂ ਕੋਈ ਬਾਹਰਲੇ ਦੇਸ਼ ਤੋਂ ਤਾਂ ਨਹੀਂ ਆਇਆਗਾ। 2.5 ਸਾਲ ਇਸ ਪਰਿਵਾਰ ਦਾ ਮੈਂ ਹੁਣ ਹਿੱਸਾ ਬਣਿਆ ਹੋਇਆ। ਮੈਂ ਟਿੱਪਣੀ ਉਹਨਾਂ ਤੇ ਵੀ ਕਰ ਸਕਦਾ ਹੈਗਾ ਜਿਹੜੇ ਮੈਨੂੰ ਆਊਟਸਾਈਡਰ ਕਹਿੰਦੇ ਆ, ਪਰ ਮੈਂ ਕਰਨੀ ਨਹੀਂ ਚਾਹੁੰਦਾ, ਕਿਉਂਕਿ ਮੈਂ ਅੱਜ ਵੀ ਜਦੋਂ ਗੁਰਦੁਆਰਾ ਸਾਹਿਬ ਮੁਸ਼ਕਿਆਣਾ ਚੋਂ ਸ਼ੁਰੂਆਤ ਕੀਤੀ ਅਰਦਾਸ ਕਰਕੇ, ਬੇਨਤੀ ਕਰਕੇ, ਜਿਹੜੀ ਮੇਰੀ ਸੰਗਤ ਸੀ, ਮੇਰੇ ਪਰਿਵਾਰ ਸੀ ਜਿਹੜਾ ਸਾਰਾ ਬੈਠਾ ਸੀ ਉੱਥੇ ਦਾਖੇ ਹਲਕੇ ਦਾ, ਇੱਕ ਹੀ ਗੱਲ ਉਹਨਾਂ ਨੂੰ ਆਖੀ ਸੀ ਕਿ ਆਪਾਂ ਨਿਮਰਤਾ ਨਾਲ, ਮਿੱਠਤ ਨਾਲ, ਹਲੀਮੀ ਨਾਲ ਅਗਲੇ 20-25 ਦਿਨ ਲੋਕਾਂ ਵਿੱਚ ਵਿਚਰਨਾ ਹੈਗਾ। ਔਰ ਉਹੀ ਗੱਲ ਮੈਂ ਜਿਹਨੂੰ ਕਹਿੰਦੇ ਹੈਗੇ ਆਪਦੇ ਆਪ ਤੇ ਸਭ ਤੋਂ ਪਹਿਲਾਂ ਲਾਗੂ ਕਰਕੇ ਚੱਲਦਾ ਹੈਗਾ ਕਿ ਇਹੀ ਸੋਚ ਜੇ ਰੱਖਾਂਗੇ ਔਰ ਇਹੀ ਸੋਚ ਲੈ ਕੇ ਜੇ ਲੋਕਾਂ ਵਿੱਚ ਰਵਾਂਗੇ ਜਾਂ ਵਿਚਰੇ ਹੈਗੇ ਆ ਤਾਂ ਤੁਹਾਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਆਵੇਗੀ। ਸੰਧੂ ਸਾਹਿਬ, ਤੁਸੀਂ ਵੀ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਦੇ ਨਾਲ ਰਹੇ, ਸਾਹਮਣੇ ਦਮਨਜੀਤ ਸਿੰਘ ਜੀ ਉਹ ਵੀ ਕੈਪਟਨ ਸਾਹਿਬ ਦੇ ਨਾਲ ਰਹੇ, ਸਮੀਕਰਨ ਸਾਰੇ ਬਦਲ ਗਏ। ਇੱਕ ਪਾਸੇ ਤੁਹਾਡਾ ਜਿਹੜਾ ਫਲੈਕਸ ਦਾ ਬੋਰਡ ਲੱਗਾ, ਕਿਤੇ ਪਹਿਲਾਂ ਜਦੋਂ ਤੁਸੀਂ ਚੋਣ ਲੜੀ ਸੀਗੀ ਉਹਦੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਨਾਲ ਫੋਟੋ ਲੱਗੀ ਸੀ, ਹੁਣ ਚਰਨਜੀਤ ਸਿੰਘ ਚੰਨੀ ਹੈ, ਤੇ ਉੱਥੇ ਜਦੋਂ ਠੀਕ ਸਾਹਮਣੇ ਹੀ ਝਾਤ ਮਾਰੀ ਦੀ ਹੈ ਤੇ ਉੱਥੇ ਦਮਨਜੀਤ ਸਿੰਘ ਉਹਨਾਂ ਦੇ ਨਾਲ ਜੋ ਹੈਗੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੈ। ਬੰਦਾ ਇਕਾਂਤ ਦੇ ਵਿੱਚ ਜਦੋਂ ਬੈਠਦਾ ਉਹਦੇ ਖਿਆਲ ਤਾਂ ਅਲੱਗ-ਅਲੱਗ ਤਰੀਕੇ ਦੇ ਆਉਂਦੇ ਹੀ ਹੋਣਗੇ, ਸੋਚਦਾ ਤੇ ਹੋਏਗਾ। ਤੁਸੀਂ ਕਿਸ ਤਰੀਕੇ ਦੇ ਨਾਲ ਸੋਚਦੇ ਹੋ ਜਦੋਂ ਇਹ ਚੀਜ਼ਾਂ ਦੇਖਦੇ ਹੋ? ਦੇਖੋ, ਇਸ ਤਰ੍ਹਾਂ ਹੁੰਦਾ ਜੀ, ਮੈਂ ਕੈਪਟਨ ਅਮਰਿੰਦਰ ਸਿੰਘ ਨਾਲ ਜੇ ਜੁੜਿਆ ਤਾਂ ਮੈਂ ਇੱਕ ਪਾਰਟੀ ਦੀ ਸੋਚ ਨਾਲ ਜੁੜਿਆ ਸੀ। ਮੈਂ 3 ਪੁਸ਼ਤੀ ਕਾਂਗਰਸ ਪਰਿਵਾਰ ਤੋਂ ਆਉਂਦਾ। ਮੇਰਾ ਦਾਦਾ ਕਾਂਗਰਸ ਦਾ ਵੋਟਰ ਸੀ, ਮੇਰਾ ਫਾਦਰ ਕਾਂਗਰਸ ਦਾ ਵਰਕਰ ਸੀ, ਔਰ ਮੈਂ 1999 ਵਿੱਚ ਪਹਿਲੀ ਵਾਰ ਜਦੋਂ ਮੈਂ ਇੱਕ ਵਾਰੀ ਛੁੱਟੀ ਆਇਆ ਤੇ ਮੈਂ ਇੱਕ ਚੋਣ ਪ੍ਰਕਿਰਿਆ ਦਾ ਹਿੱਸਾ ਬਣਿਆ। ਉਹ ਹੁਣ ਲੀਡਰ ਸਾਹਿਬ ਸਾਡੀ ਪਾਰਟੀ ਵਿੱਚ ਨਹੀਂ ਰਹੇ, ਅਕਾਲੀ ਦਲ 'ਚ ਚਲੇ ਗਏ ਔਰ ਮੋੜ ਤੋਂ ਇਲੈਕਸ਼ਨ ਲੜ ਰਹੇ ਆ। ਉਹਨਾਂ ਦਾ ਜਿਹੜਾ ਦਫ਼ਤਰ ਸੀ 1999 ਵਾਲੀ ਜਿਹੜੀ ਇਲੈਕਸ਼ਨ ਸੀਗੀ ਫਰੀਦਕੋਟ ਦੀ ਪਾਰਲੀਮੈਂਟ, ਮੈਂ ਉਹ ਜਿਹੜਾ ਫਰੀਦਕੋਟ ਵਾਲਾ ਦਫ਼ਤਰ ਸੀ ਉਹ ਸੰਭਾਲਿਆ ਸੀ। ਫਿਰ 2008 ਵਿੱਚ ਕਾਂਗਰਸ ਦੇ ਜਿਹੜੇ ਉਦੋਂ ਸਰਕਾਰ ਖਤਮ ਹੋਈ ਸੀ 2007 'ਚ, ਕੈਪਟਨ ਅਮਰਿੰਦਰ ਸਿੰਘ ਉਦੋਂ ਪਾਰਟੀ ਦੇ ਲੀਡਰ ਸੀ, ਮੈਂ ਉਹਨਾਂ ਨੂੰ ਮਿਲਿਆ ਔਰ ਉਹ ਮੁਲਾਕਾਤ ਜਿਹੜੀ ਹੋਈ ਔਰ ਉਸ ਤੋਂ ਬਾਅਦ ਜਿਹੜਾ ਸਫ਼ਰ ਸ਼ੁਰੂ ਹੋਇਆ, ਜਿੱਥੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੀ, ਉੱਥੇ ਨਾਲ ਕਾਂਗਰਸ ਪਾਰਟੀ, ਜਿਸ ਪਾਰਟੀ ਦੇ ਕਰਕੇ ਮੈਂ ਆਪਦੀ ਪਹਿਚਾਣ ਮੰਨਦਾ ਉਸ ਦਾ ਸੀ। ਔਰ ਇਹ ਜਿਹੜਾ ਇਕਾਂਤ ਵਿੱਚ ਸੋਚਣਾ ਹੈਗਾ, ਮੈਂ ਇੱਕ ਵਾਰੀ ਦੇਖੋ, ਤੁਸੀਂ ਫੈਸਲਾ ਲੈਣਾ ਹੁੰਦਾ। ਜੇ ਤੁਸੀਂ ਪਾਰਟੀ ਨੂੰ ਸੱਚੇ ਤੌਰ ਤੇ ਮਾਂ ਮੰਨਦੇ ਹੋ ਤੇ ਜੇ ਮਾਂ ਦੀ ਨਿੱਘੀ ਗੋਦ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਕੋਈ ਇਹੋ ਜਿਹਾ ਫੈਸਲਾ ਲੈਣ ਵਿੱਚ ਤੁਹਾਨੂੰ ਕੋਈ ਤਕਲੀਫ ਨਹੀਂ ਆਉਣੀ ਚਾਹੀਦੀ। ਮੈਂ ਪਾਰਟੀ ਨਹੀਂ ਛੱਡੀ, ਮੈਂ ਮਾਂ ਨਹੀਂ ਛੱਡੀ। ਇਹ ਤਾਂ ਜਿਨ੍ਹਾਂ ਨੇ ਛੱਡੀ ਹੈ ਤੇ ਅੱਗੇ ਜਾ ਕੇ ਜੇ ਉਹ ਬੋਰਡ ਵੱਲ ਦੇਖੋ, ਉਹਨਾਂ ਨਾਲ ਗੱਠਜੋੜ ਕੀਤਾ ਹੈ, ਉਸ ਬੋਰਡ ਤੇ ਜੇ ਤੁਸੀਂ ਕੋਈ ਫੋਟੋਆਂ ਦੇਖੋ ਨਾ ਲੰਕੇਸ਼ ਜੀ, ਤਾਂ ਤੁਹਾਨੂੰ ਇਹਨਾਂ ਨੂੰ ਜਵਾਬ ਦੇਣਾ ਪੈਣਾ ਹੈ ਕਿ 1.5 ਸਾਲ ਜਿਹੜਾ ਪੰਜਾਬ ਨੇ, ਪੰਜਾਬੀਆਂ ਨੇ ਦਿੱਲੀ ਦੇ ਬਾਰਡਰ ਤੇ ਭੁਗਤਿਆ, 750 ਜਿਹੜੀਆਂ ਸਾਡੀਆਂ ਸ਼ਹਾਦਤਾਂ ਹੋਈਆਂ, ਜਿਹੜੇ ਟੋਲ ਪਲਾਜ਼ਿਆਂ ਤੇ ਬੈਠ ਕੇ ਅਸੀਂ ਦਿਨ ਰਾਤ ਆਪਦੇ ਬਿਤਾਏ ਹੈਗੇ, ਆਪਦੇ ਉਹ ਕਾਲੇ ਕਾਨੂੰਨ ਵਾਪਸ ਲੈਣ ਲਈ,
ਉਹਨਾਂ ਨਾਲ ਜੇ ਤੁਸੀਂ ਗੱਠਜੋੜ ਕੀਤਾ ਹੈਗਾ, ਹਜੇ ਤਾਂ ਇਹਨਾਂ ਨੇ ਉਹ ਜਵਾਬ ਦੇਣਾ ਹੈਗਾ। ਸੋ ਜੇ ਮੈਂ ਫੈਸਲਾ ਜਦੋਂ ਦੋਨਾਂ ਚੀਜ਼ਾਂ ਨੂੰ ਤੋੜ ਕੇ ਜੇ ਉਵੇਂ ਵੀ ਦੇਖੋ ਤਾਂ ਮੈਂ ਮੰਨਦਾ ਕਿ ਮੇਰਾ ਫੈਸਲਾ ਹਰ ਪਾਸਿਓਂ ਸਹੀ ਹੈਗਾ। ਔਰ ਇਹ ਫੈਸਲਾ ਲੈਣ ਵਿੱਚ ਨਾ ਮੈਂ ਕੋਈ ਦੇਰੀ ਕੀਤੀ, ਨਾ ਮੈਂ ਕਿਤੇ ਕੋਈ ਬਾਹਲਾ ਸੋਚਿਆ, ਔਰ ਨਾ ਹੀ ਅੱਜ ਇਕਾਂਤ 'ਚ ਬੈਠ ਕੇ ਇਸ ਗੱਲ 'ਤੇ ਸੋਚਦਾ, ਕਿਉਂਕਿ ਮੈਂ ਆਪਦੀ ਜਿਹੜੀ ਮੇਰੀ ਪਰਿਵਾਰਿਕ ਜਿਹੜੀ ਸੋਚ ਆ ਉਹਦੇ ਨਾਲ ਜੁੜਿਆ ਰਿਹਾ ਹੈਗਾ। ਔਰ ਅੱਜ ਵੀ ਮੈਂ ਉਸ ਪਾਰਟੀ ਦਾ ਹਿੱਸਾ ਹੈ ਜਿਸ ਪਾਰਟੀ ਦਾ ਮੇਰਾ ਪਰਿਵਾਰ ਹਿੱਸਾ ਸੀ। ਤੁਸੀਂ ਜ਼ਿਕਰ ਕੀਤਾ ਬੋਰਡ ਦਾ, ਉੱਤੇ ਭਾਜਪਾ ਦੇ ਵੱਡੇ ਚਿਹਰੇ ਵੀ ਹੈਗੇ ਆ, ਭਾਜਪਾ ਦਾ ਵੱਡੇ ਵੱਡੇ ਬੋਲਡ ਅੱਖਰਾਂ ਦੇ ਵਿੱਚੋਂ ਪ੍ਰਚਾਰ ਵੀ ਕਰਦੇ ਪਏ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਗੱਠਜੋੜ ਹੋਇਆ। ਭਗਵੰਤ ਮਾਨ ਕਹਿੰਦੇ ਆ PLC ਦਾ ਮਤਲਬ ਹੈ ਕਿ ਨਾ ਤਾਂ ਉਹਨਾਂ ਨਾਲ ਪੰਜਾਬ ਹੈ, ਨਾ ਉਹਦੇ ਨਾਲ ਲੋਕ ਹੈ, ਤੇ ਨਾ ਉਹਨਾਂ ਦੀ ਕੋਈ ਕਾਂਗਰਸ ਹੈ। ਤੁਸੀਂ ਕੀ ਸਮਝਦੇ ਹੋ PLC ਕੀ ਹੈ? ਮੈਂ PLC ਨੂੰ ਕੋਈ ਐਕਚੁਅਲੀ ਨਾਂ ਹੀ ਨਹੀਂ ਦੇ ਸਕਿਆ। ਮੈਂ ਮਹਿਸੂਸ ਕਰਦਾ ਕਿ ਇਸ ਉਮਰੇ ਇਹ ਸੋਚ ਲੈ ਕੇ ਚੱਲਣਾ, ਜਿੱਥੇ ਤੁਹਾਡਾ ਪਹਿਲਾਂ ਇੱਕ 50 ਸਾਲ ਦਾ ਇੱਕ ਬੜਾ ਅਲੱਗ ਕਰੀਅਰ ਰਿਹਾ ਹੋਵੇ। ਲੰਕੇਸ਼ ਜੀ, ਜਿਵੇਂ 1984 ਵੇਲੇ ਫੈਸਲਾ ਲਿੱਤਾ ਕੈਪਟਨ ਸਾਹਿਬ ਨੇ, ਕੰਦੂ ਖੇਡ ਵੇਲੇ ਫੈਸਲੇ ਲਿੱਤੇ, ਆਹ ਜਿਹੜਾ ਫੈਸਲਾ ਹੈ ਨਾ, ਇਸ ਨੂੰ ਵੀ ਲੋਕ ਉਸ ਤਰੀਕੇ ਨਾਲ ਪਰਖਣਗੇ। ਇਹ ਇਹੋ ਜਿਹਾ ਫੈਸਲਾ ਹੈਗਾ ਜਿਹੜਾ ਪੰਜਾਬ ਦੇ ਹਰ ਪੰਜਾਬੀ ਨਾਲ ਜੁੜਿਆ ਹੋਇਆ ਹੈਗਾ, ਕਿਉਂਕਿ ਹਰ ਇਨਸਾਨ ਜਿਹੜਾ ਪੰਜਾਬ ਦਾ ਸੀ ਉਹ ਇਸ ਅੰਦੋਲਨ ਨਾਲ ਜੁੜਿਆ ਹੋਇਆ ਸੀ। ਬੀਬੀਆਂ ਅਰਦਾਸਾਂ ਕਰਕੇ, ਬੀਬੀਆਂ ਉੱਥੇ ਜਾ ਕੇ, ਮੈਂ ਜਿਵੇਂ ਬੀਬੀਆਂ ਦੀ ਗੱਲ ਕਰਾਂ, ਆਪਦੀ ਹਰ ਤਰੀਕੇ ਨਾਲ ਸ਼ਮੂਲੀਅਤ ਹਰ ਵਰਗ ਦੇ ਲੋਕ ਨੇ ਉਸ ਅੰਦੋਲਨ ਵਿੱਚ ਪਾਈ ਸੀ, ਭਾਵੇਂ ਕਿਸਾਨ ਸੀ, ਭਾਵੇਂ ਮਜ਼ਦੂਰ ਸੀ, ਭਾਵੇਂ ਬੀਬੀਆਂ ਸੀ, ਭਾਵੇਂ ਇੰਡਸਟਰੀ ਵਾਲਾ ਸੀ, ਭਾਵੇਂ ਕੋਈ ਵੀ ਅਲੱਗ-ਅਲੱਗ ਵੱਖਰੇ ਜਿਹੜੇ ਆਪਣੇ ਸੋਸ਼ਲ ਸੈਗਮੈਂਟਸ ਹੈਗੇ ਆ, ਉਹਨਾਂ ਨਾਲ ਸੰਬੰਧਿਤ ਜੋ ਵੀ ਕੋਈ ਪਰਿਵਾਰ ਇਨਸਾਨ ਸੀ, ਸਭ ਦਾ ਮਨ ਤੇ ਜਿਹੜਾ ਯੋਗਦਾਨ ਸੀ ਉਸ ਐਜੀਟੇਸ਼ਨ ਵਿੱਚ ਰਿਹਾ। ਜਿਸ ਦਾ ਕਾਰਨ, ਉਸ ਐਜੀਟੇਸ਼ਨ ਦਾ ਕਾਰਨ ਜਿਹੜੀਆਂ ਦੋ ਮੁੱਖ ਪਾਰਟੀਆਂ ਸੀ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ, ਉਹ ਮੁੱਖ ਕਾਰਨ ਸੀ। ਸੋ ਇਹ ਜਵਾਬ ਜਿਹੜੇ ਹੈਗੇ ਆ, ਇਹ ਲੋਕਾਂ ਦੀ ਕਚਹਿਰੀ 'ਚ ਇਹਨਾਂ ਨੂੰ ਦੇਣੇ ਪੈਣਗੇ ਔਰ ਲੋਕ ਇਹ ਚੀਜ਼ਾਂ ਇਹਨਾਂ ਤੋਂ ਪੁੱਛਣਗੇ। ਸੰਧੂ ਸਾਹਿਬ, ਮੈਂ ਤੁਹਾਡੇ ਕੋਲ ਇਹ ਸਮਝਣਾ ਚਾਹੁੰਦਾ, ਜਿਵੇਂ ਲਗਾਤਾਰ ਮੁੱਲਾਂਪੁਰ ਦਾਖਾ ਜੋ ਹੈਗੀ ਹੈ ਅਕਾਲੀਆਂ ਦੇ ਹਿੱਸੇ ਆਉਂਦੀ ਰਹੀ ਹੈ, ਹੁਣ ਜੋ ਇਸ ਵਾਰੀ ਚੋਣ ਹੋਣ ਜਾ ਰਹੀ ਹੈ ਵਿਧਾਨ ਸਭਾ ਦੀ, ਤੁਹਾਨੂੰ ਐਂ ਲੱਗਦਾ ਕਿ ਤੁਹਾਨੂੰ ਚੌਤਰਫਾ ਘੇਰਾ ਹੈ? ਇੱਕ ਪਾਸੇ ਕੈਪਟਨ ਸਾਹਿਬ ਨੇ ਆਪਣਾ ਉਮੀਦਵਾਰ ਉਤਾਰਿਆ, ਦੂਜੇ ਪਾਸੇ 2017 ਦੇ ਵਿੱਚ ਆਮ ਆਦਮੀ ਪਾਰਟੀ ਇਹ ਸੀਟ ਕੱਢ ਲੈਂਦੀ ਹੈ, ਤੀਜੇ ਪਾਸੇ ਅਸੀਂ ਜਦੋਂ ਕਹਿੰਦੇ ਹਾਂ ਕਿ ਇਹ ਸੀਟ ਦੀ ਗੱਲ ਕਰਦੇ ਹਾਂ, ਇਤਿਹਾਸ ਵੱਲ ਝਾਤ ਮਾਰਦੇ ਹਾਂ, ਤਾਂ ਅਕਾਲੀਆਂ ਦਾ ਜ਼ਿਕਰ ਵੀ ਨਾਲ ਚੱਲਦਾ ਹੈ। ਤੁਹਾਡੇ ਲਈ ਜ਼ਿਆਦਾ ਟਫ ਹੈ? ਮੈਂ ਕਹਿੰਦਾ ਉਹਨਾਂ ਲਈ ਜ਼ਿਆਦਾ ਟਫ ਹੈ। ਮੈਂ ਮਹਿਸੂਸ ਕਰਦਾ ਜਿੱਥੇ ਤੁਸੀਂ ਅੱਜ ਨਾ ਸਵੇਰੇ ਜ਼ਰੂਰ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਵਿੱਚ ਦਰਸ਼ਨ ਦੇਣੇ ਸੀ, ਜਿਸ ਕਿਸਮ ਦੀ ਜਿਹੜੀ ਪਰਿਵਾਰ ਦੇ ਵਿੱਚ ਖੁਸ਼ੀ ਸੀ, ਪਰਿਵਾਰ ਦੇ ਵਿੱਚ ਮੋਟੀਵੇਸ਼ਨ ਸੀ, ਰੁਚੀ ਸੀ। ਮੈਂ ਰੱਬ ਤੋਂ ਡਰ ਕੇ ਗੱਲ ਕਹਿੰਦਾ ਕਿ ਮੈਨੂੰ ਲੱਗਦਾ ਚੁਣੌਤੀਆਂ ਜਾਂ ਚਾਰੋਂ ਜਿਹੜਾ ਤਰਫੀ ਘੇਰਾ ਹੈਗਾ, ਇਸ ਘੇਰੇ ਵਿੱਚ ਇਹ ਘਿਰਨਗੇ, ਮੈਂ ਨਹੀਂ। ਇਹ ਜੋ ਤਸਵੀਰ ਤੁਸੀਂ ਸਵੇਰੇ ਗੁਰਦੁਆਰਾ ਸਾਹਿਬ 'ਚ ਦੇਖੀ, ਤੁਹਾਨੂੰ ਲੱਗਦਾ ਕਿ ਇਹ ਵੋਟਾਂ 'ਚ ਤਬਦੀਲ ਹੋਏਗੀ? ਦੇਖੋ, ਜਿਹੜਾ ਵਰਕਰ ਹੁੰਦਾ ਨਾ, ਜਿਹੜਾ ਤੁਹਾਡਾ ਪਰਿਵਾਰ ਹੁੰਦਾ, ਜਦੋਂ ਉਹ ਰੀੜ੍ਹ ਦੀ ਹੱਡੀ ਹੁੰਦਾ, ਤੁਹਾਡਾ ਦੁੱਖ ਸੁੱਖ ਦਾ ਸਾਥੀ ਹੁੰਦਾ, ਜਦੋਂ ਉਹ ਹੁਮਾ ਕੇ ਪੁੱਜੇ, ਉਹ ਹਲਾਰਾ ਮਾਰੇ ਔਰ ਉਹ ਪੱਬਾਂ ਭਾਰ ਹੋਇਆ ਹੋਵੇ, ਫਿਰ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ। ਸੰਧੂ ਸਾਹਿਬ, ਜਿਹੜੇ ਲੋਕ ਸਾਨੂੰ ਦੇਖਦੇ ਪਏ, ਸੁਣਦੇ ਪਏ, ਮੈਂ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ, ਤੇ ਉਹ ਵੀ ਜਾਣਨਾ ਚਾਹੁੰਦੇ ਕਿ ਸਿਆਸਤ ਤੋਂ ਪਹਿਲਾਂ ਕੈਪਟਨ ਸੰਦੀਪ ਸੰਧੂ ਦੀ ਜ਼ਿੰਦਗੀ ਕੀ ਸੀ? ਦੇਖੋ, ਮੈਂ ਇੱਕ ਸਧਾਰਨ ਪਰਿਵਾਰ ਤੋਂ ਉੱਠਿਆ ਹੋਇਆ ਹੈਗਾ, ਪਰਿਵਾਰ ਸੀ ਸਾਡਾ। ਮੇਰਾ ਪਿੰਡ ਜਿਹੜਾ ਹੈਗਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ, ਪਿੰਡ ਦਾ ਨਾਮ ਭਾਗ ਸਿੰਘ ਵਾਲਾ, ਸਾਡੇ ਵੱਡੇ ਵਡੇਰਿਆਂ ਦੇ ਨਾਂ 'ਤੇ ਹੈ। ਪਰਿਵਾਰਿਕ ਜਿਹੜੀ ਜ਼ਮੀਨ ਸੀਗੀ ਉਹ ਸੀਗੀ, ਫਾਦਰ ਸਾਹਿਬ ਨੇ ਪਹਿਲਾਂ ਫੌਜ ਵਿੱਚ ਨੌਕਰੀ ਕੀਤੀ, ਫਿਰ ਪੈਪਸੂ ਵਿੱਚ, ਔਰ ਉਸ ਤੋਂ ਬਾਅਦ ਸਿਆਸਤ ਵਿੱਚ ਆ ਕੇ ਉਦੋਂ ਦੇ ਜਿਹੜੇ ਲੀਡਰ ਸਾਹਿਬਾਨ ਸੀ ਕਾਂਗਰਸ ਪਾਰਟੀ, ਉਹਨਾਂ ਨਾਲ ਕੰਮ ਕੀਤਾ। ਮੇਰੇ ਜਿਹੜੇ ਨਾਨਕੇ ਹੈਗੇ ਆ ਦੁਆਬੇ 'ਚ ਹੈਗੇ ਆ, ਪਿੰਡ ਰਾਹੋਂ, ਔਰ ਉਹ ਸਾਰਾ ਜਿਹੜਾ ਪਾਸਾ ਸੀ ਨਾਨਕਿਆਂ ਵਾਲਾ, ਸਾਰਾ ਫੌਜ ਵਿੱਚ ਸੀ। ਉੱਧਰ ਵੀ ਮੇਰੇ ਮਦਰ ਹੈਲਥ ਡਿਪਾਰਟਮੈਂਟ ਵਿੱਚ, ਇੱਕ ਜਿਵੇਂ ਤਾਂ ਹੀ ਮੈਂ ਕਹਿ ਰਿਹਾ ਕਿ ਇੱਕ ਮੱਧ ਵਰਗ ਦਾ ਜਿਹੜਾ ਪਰਿਵਾਰ ਆ ਉਹਦਾ ਹਿੱਸਾ ਸੀ। 3 ਭਰਾ, ਮੁੱਢਲੀ ਜਿਹੜੀ ਸਾਡੀ ਪੜ੍ਹਾਈ ਸੀ 3 ਭਰਾਵਾਂ ਦੀ ਫਰੀਦਕੋਟ ਦੀ, ਔਰ ਉਸ ਤੋਂ ਬਾਅਦ ਇੱਕ ਪੰਜਾਬ ਗਵਰਨਮੈਂਟ ਦਾ ਸਕਾਲਰਸ਼ਿਪ ਦੇ ਰਾਹੀਂ
ਮੈਨੂੰ ਮੌਕਾ ਮਿਲਿਆ ਪੰਜਾਬ ਪਬਲਿਕ ਸਕੂਲ ਨਾਭਾ ਵਿੱਚ ਪੜ੍ਹਨ ਦਾ, ਜਿੱਥੇ ਮੈਂ 12ਵੀਂ ਕੀਤੀ। ਫਿਰ 1 ਸਾਲ ਮੈਂ ਜਾਂ 1.5 ਸਾਲ 2 ਸਾਲ ਹੀ ਕਹਿ ਲਓ ਮੈਂ ਗਵਰਨਮੈਂਟ ਕਾਲਜ ਚੰਡੀਗੜ੍ਹ ਲਾਏ, ਔਰ ਉਸ ਤੋਂ ਬਾਅਦ ਮੈਂ ਸਮੁੰਦਰੀ ਜਹਾਜ਼ਾਂ 'ਚ ਚਲਾ ਗਿਆ, ਜਿੱਥੇ ਮੈਂ ਤਕਰੀਬਨ 15.5 ਸਾਲ ਨੌਕਰੀ ਕੀਤੀ। ਨੌਕਰੀ ਕਿਸ ਚੀਜ਼ ਦੀ, ਕਿ ਸਪੈਸ਼ਲ? ਸਮੁੰਦਰੀ ਜਹਾਜ਼ਾਂ ਵਿੱਚ ਤੁਸੀਂ ਆਪਦਾ ਜਿਹੜਾ ਤੁਹਾਡਾ ਇਹ ਇੱਕ ਜਿਹਨੂੰ ਕਹਿੰਦੇ ਪੇਸ਼ਾ ਹੈਗਾ, ਜਿਹਦੇ ਵਿੱਚ ਤੁਸੀਂ ਜਾਂਦੇ ਹੋ 12ਵੀਂ ਤੋਂ ਬਾਅਦ ਤੁਸੀਂ ਜਿਹੜਾ ਉਹਦਾ ਬੇਸਿਕ ਕ੍ਰਾਈਟੇਰੀਆ ਹੁੰਦਾ, ਤੁਸੀਂ 12ਵੀਂ ਪਾਸ ਹੋਣੀ ਚਾਹੁੰਦੇ ਹੋ। ਮੈਂ ਨਾਨ ਮੈਡੀਕਲ, ਤੁਹਾਡੇ ਕੋਲ ਮੈਥਸ ਫਿਜ਼ਿਕਸ ਇਹ ਹੋਣਾ ਚਾਹੀਦਾ। ਫਿਰ ਤੁਹਾਡੇ ਇੱਕ ਕੰਪੀਟੀਸ਼ਨ ਦੇ ਵਿੱਚ ਇਮਤਿਹਾਨ ਹੁੰਦਾ, ਫਿਰ 3 ਸਾਲ ਦੀ ਟ੍ਰੇਨਿੰਗ ਹੁੰਦੀ, ਉਸ ਤੋਂ ਬਾਅਦ ਫਿਰ ਤੁਸੀਂ ਅਫਸਰ ਬਣਦੇ ਹੋ, ਬਣਦੇ ਫਿਰ ਤੁਸੀਂ ਜਹਾਜ਼ ਦੇ ਕਪਤਾਨ ਬਣਦੇ ਹੋ। ਸੋ ਉਹ ਸਾਰਾ ਜਿਹੜਾ ਸਫ਼ਰ ਸੀਗਾ ਉਹ ਉੱਥੇ ਨਿਕਲਿਆ। ਪਰਿਵਾਰ ਤੋਂ ਹਮੇਸ਼ਾ ਦੂਰ ਹੀ ਰਿਹਾ। ਤੇ ਮੈਂ ਜਿਹੜਾ ਤੁਸੀਂ ਆਊਟਸਾਈਡਰ ਵਾਲੀ ਗੱਲ ਕੀਤੀ, ਮੈਂ ਦੇਖਦਾ ਵੀ ਬੰਦਾ ਫੌਜ ਦਾ ਹੋਵੇ, ਪੁਲਿਸ ਦਾ ਹੋਵੇ, ਮੇਰੇ ਵਰਗੇ ਪੇਸ਼ੇ ਵਾਲਾ ਜਿੱਥੇ ਜਿਹਦਾ ਉਹ ਬੈਕਗਰਾਊਂਡ ਹੋਵੇ, ਤੁਸੀਂ ਤਾਂ ਫਿਰ ਕਿਤੇ ਕੁਝ ਕੰਮ ਹੀ ਨਾ ਕਰ ਸਕੋ। ਕੱਲ ਨੂੰ ਜਿਹੜੇ ਸਾਡੇ ਬਾਰਡਰ ਤੇ ਸਾਡੇ ਸਿਪਾਹੀ ਬੈਠੇ ਆ, ਉਹ ਕਹਿਣ ਜੀ ਮੈਂ ਤਾਂ ਪਊ ਪਿੰਡ ਦਾ ਹੈਗਾ ਤੇ ਤੁਸੀਂ ਮੈਨੂੰ ਇੱਥੇ ਨੇਪਾਲ ਦੇ ਬਾਰਡਰ ਤੇ ਲਾਤਾ ਹੈਗਾ, ਤੇ ਮੈਂ ਤਾਂ ਆਊਟਸਾਈਡਰ ਹਾਂ। ਕਰਮ ਭੂਮੀ ਨੂੰ ਅਪਣਾ ਲੈਣਾ, ਕਿਸੇ ਨੂੰ ਕਰਮ ਭੂਮੀ ਬਣਾ ਲੈਣਾ, ਮਤਲਬ ਤੁਸੀਂ ਸਮਰਪਿਤ ਹੋ ਚੁੱਕੇ ਹੈਗੇ ਹੋ ਕੰਮ ਨੂੰ ਲੈ ਕੇ, ਆਪਦੇ ਫਰਜ਼ ਨੂੰ ਲੈ ਕੇ, ਆਪਦੀ ਡਿਊਟੀ ਨੂੰ ਲੈ ਕੇ ਉਸ ਜਗ੍ਹਾ ਤੇ ਉਸੇ ਤਰੀਕੇ ਨਾਲ ਮੈਂ ਸਮਰਪਿਤ ਹੋ ਚੁੱਕਿਆ। ਕਹਿਣ ਨੂੰ ਕੋਈ ਜੋ ਮਰਜ਼ੀ ਕਹਿ ਲੇ ਸਰ, ਤੁਸੀਂ ਅੱਜ ਮੈਂ ਬੇਨਤੀ ਕਰੂੰਗਾ ਜ਼ਰੂਰ ਤੁਸੀਂ ਹਲਕੇ ਵਿੱਚ ਜਾਇਓ। ਇਹ ਸਵਾਲ ਤੁਸੀਂ ਲੋਕਾਂ ਨੂੰ ਪੁੱਛੋ ਕਿ ਉਹ ਮੈਨੂੰ ਆਪਦਾ ਮੰਨਦੇ ਆ। ਇੱਕ ਚੀਜ਼ ਦੱਸੋ, ਤੁਹਾਡੇ ਨਾਲ ਆਊਟਸਾਈਡਰ ਵਰਡ ਜੁੜਿਆ ਜਾਂ ਜਿਹੜੇ ਤੁਹਾਡੇ ਵਿਰੋਧੀ ਆ ਤੁਹਾਡੇ ਨਾਲ ਜੋੜਦੇ ਆ, ਇਹੀ ਜਿਹੜਾ ਸ਼ਬਦ ਹੈਗਾ ਇਹਨੂੰ ਬਦਲ ਦਿੱਤਾ ਜਾਵੇ ਤਾਂ ਮਾਈਗ੍ਰੇਟਰੀ ਵਰਡ ਜੋੜ ਦਿੱਤਾ ਗਿਆ ਸੀਗਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ, ਤੇ ਉਹਨਾਂ ਨੇ ਹੱਥ ਦੇ ਵਿੱਚ ਪਾਣੀ ਲੈ ਕੇ ਸੰਕਲਪ ਲੈ ਲਿਆ ਕਿ ਜਿੰਨੇ ਦੇਰ 15 ਸਾਲ ਹੈਗਾ ਅੰਮ੍ਰਿਤਸਰ ਚ ਰਹਾਂਗਾ, ਪਟਿਆਲੇ ਜਾਵਾਂਗਾ ਹੀ ਨਹੀਂ। ਕੋਈ ਇਸ ਤਰੀਕੇ ਦਾ ਕੋਈ ਸੰਕਲਪ? ਕਿ ਜੀ ਹਰ ਇੱਕ ਦਾ ਅਲੱਗ-ਅਲੱਗ ਤਰੀਕਾ। ਮੈਂ ਆਪਦੀ ਜ਼ੁਬਾਨ ਤੇ ਵਿਸ਼ਵਾਸ ਰੱਖਦਾ। ਮੈਂ ਬਾਈ ਇਲੈਕਸ਼ਨ ਵੇਲੇ ਜਦੋਂ ਇਹ ਚਰਚਾ ਸੀਗੀ ਕਿ ਤੁਸੀਂ ਇਹਨੂੰ ਇਲੈਕਸ਼ਨ ਲੜਨ ਆਇਆ ਹੈਗਾ, ਪਹਿਲਾਂ ਇੱਥੋਂ ਇੱਕ MLA ਵੀ ਆਏ ਲੜ ਕੇ ਚਲਾ ਗਿਆ, ਫਿਰ MP ਲੜ ਕੇ ਚਲੇ ਗਏ। ਵਿਰੋਧੀਆਂ ਨੇ ਜੋ ਇੱਥੇ ਪ੍ਰੋਪੇਗੈਂਡਾ ਕੀਤਾ ਹੋਇਆ ਸੀ, ਇਹਨੇ ਤਾਂ ਇਲੈਕਸ਼ਨ ਲੜਨੀ ਹੈ, ਤੁਸੀਂ MLA ਬਣਾ ਦੇਣਾ, 4 ਸੂਟਕੇਸ ਜਿਹੜੇ ਲੈ ਕੇ ਆਇਆ ਲੈ ਕੇ ਨੇ ਵਾਪਸ ਆਪਦੇ ਚੰਡੀਗੜ੍ਹ ਚਲੇ ਜਾਣਾ ਨਤੀਜਾ। ਔਰ ਮੈਂ ਹਮੇਸ਼ਾ ਇੱਥੇ ਆਖਿਆ ਕਿ ਦੇਖੋ ਹੁਣ ਪਾਰਟੀ ਵੱਲੋਂ ਇਹ ਡਿਊਟੀ ਲੱਗ ਗਈ ਹੈਗੀ ਹੈ ਕਿ ਮੈਂ 15 ਸਾਲ ਦਫ਼ਤਰ 'ਚ ਰਿਹਾ ਕਾਂਗਰਸ ਪਾਰਟੀ ਦੇ, ਮੈਂ ਦਾਖੇ ਹਲਕੇ ਨਾਲ ਜੁੜਿਆ ਰਿਹਾ। ਕਿਵੇਂ ਜੁੜਿਆ ਰਿਹਾ? ਉਸ ਜਦੋਂ ਦਫ਼ਤਰ 'ਚ ਬੈਠਦੇ ਹੋ ਤੁਸੀਂ ਕਾਂਗਰਸ ਦਫ਼ਤਰ ਦੇ, ਤੁਹਾਨੂੰ ਹਰ ਇੱਕ ਪੰਜਾਬ ਦੇ ਹਰ ਹਲਕੇ ਦੇ ਵਿੱਚੋਂ ਦੁਨੀਆ ਮਿਲਣ ਆਉਂਦੀ ਹੈ। ਦਾਖੇ ਦੇ ਲੋਕ ਵੀ ਮਿਲਣ ਆਉਂਦੇ ਸੀ, ਜਿਹੜੇ ਇੱਥੋਂ ਦੇ ਲੀਡਰ ਸਾਹਿਬਾਨ ਹੈ ਉਹਨਾਂ ਨਾਲ ਮੇਰੀ ਪਹਿਚਾਣ ਇੱਥੇ ਆ ਕੇ ਨਹੀਂ ਬਣੀ ਸੀ, ਉੱਥੇ ਆ ਕੇ ਬਣੀ ਸੀ। ਜਦੋਂ ਉੱਥੇ ਡਿਊਟੀ ਲੱਗੀ ਉੱਥੇ ਫਰਜ਼ ਨਿਭਾਇਆ, ਜਦੋਂ ਇੱਥੇ ਆ ਕੇ ਡਿਊਟੀ ਲੱਗੀ ਤਾਂ ਇੱਥੇ ਆ ਕੇ ਫਰਜ਼ ਨਿਭਾਇਆ। ਸੋ ਇਹ ਗੱਲ ਕਹਿਣੀ ਵੀ ਤੇ ਇਹੋ ਜਿਹੇ ਸੰਕਲਪ ਲੈਣੇ ਵੀ ਮੈਂ ਹੱਥ 'ਚ, ਇਹ ਇੰਡੀਵਿਜੂਅਲ ਸੋਚ ਹੋ ਸਕਦੀ ਹੈ। ਮੈਂ ਮਹਿਸੂਸ ਕਰਦਾ ਜੀ ਤੁਹਾਡੀ ਜ਼ਬਾਨ ਪੱਕੀ ਹੈ, ਜੇ ਤੁਸੀਂ ਨਿਸ਼ਚੈ ਕਰ ਲਿਆ ਔਰ ਜੇ ਤੁਹਾਨੂੰ ਪਾਰਟੀ ਨੇ ਇਹ ਜ਼ਿੰਮੇਵਾਰੀ ਦੇਤੀ ਹੈ, ਫਿਰ ਤੁਸੀਂ ਦੇਖਣਾ ਕਿ ਉਸ ਨੂੰ ਤਨਦੇਹੀ ਨਾਲ ਕਿਵੇਂ ਨਿਭਾਉਣਾ। ਔਰ 2.5 ਸਾਲ ਭਾਵੇਂ ਕਰੋਨਾ ਦਾ ਉਹ ਸਮਾਂ ਹੋਵੇ, ਮਹਾਮਾਰੀ ਜਦੋਂ ਸ਼ੁਰੂ ਹੋਈ ਨਾ, ਤੁਸੀਂ ਆਪਾਂ ਨਾ ਸਮਾਂ ਭੁੱਲ ਜਾਂਦੇ ਹਾਂ। ਉਹ ਸਮਾਂ ਇਹੋ ਜਿਹਾ ਸੀ ਕਿ ਜੇ ਪਰਿਵਾਰ ਦੇ ਵਿੱਚ ਪਹਿਲਾਂ ਛਿੱਕ ਮਾਰਦਾ ਸੀ ਤਾਂ ਆਪਾਂ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਸੀ ਗੋਡ ਬਲੈਸ ਯੂ, ਸੱਚੇ ਪਾਤਸ਼ਾਹ ਤੇਰੀ ਉਮਰ ਦਰਾਜ਼ ਕਰੇ। ਤੇ ਜਦੋਂ ਮਹਾਮਾਰੀ 'ਚ ਕੋਈ ਛਿੱਕ ਮਾਰਦਾ ਸੀ ਤੇ ਸਾਰਾ ਪਰਿਵਾਰ ਹੀ ਘਬਰਾ ਜਾਂਦਾ ਸੀ ਵੀ ਇਹਨੂੰ ਤਾਂ ਕੁਝ ਹੋ ਚੱਲਿਆ, ਕਿਤੇ ਸਾਨੂੰ ਤਾਂ ਨਹੀਂ ਹੋ ਜੂ, ਜਾਂ ਇਹਦਾ ਬਚਾਅ ਕਿਵੇਂ ਕਰੀਏ, ਇਹਦਾ ਕਿਤੇ ਨੂੰ ਇਸ ਡਰ ਭੈ ਨਾਲ ਉਹ ਬਿਮਾਰੀ ਨੇ ਆਪਣੇ ਇੱਥੇ ਆ ਕੇ ਸ਼ੁਰੂਆਤ ਕੀਤੀ ਸੀ। 3 ਮਹੀਨੇ ਕਰਫਿਊ ਲੱਗਿਆ ਰਿਹਾ। ਸੰਗਤ ਇੱਥੇ ਬੈਠੀ ਹੈ ਕਿ ਮੈਂਬਰ ਸਾਹਿਬਾਨ ਅੱਜ ਇੱਥੇ ਬੈਠੇ ਆ। ਅਸੀਂ 3 ਮਹੀਨੇ ਮੈਂ ਮੋਹਾਲੀ ਜਾਂ ਚੰਡੀਗੜ੍ਹ ਨਹੀਂ ਗਿਆ ਸੀ, ਇੱਥੇ ਰਿਹਾ ਸੀ, ਪਿੰਡੋਂ ਪਿੰਡ ਘੁੰਮਿਆ ਸੀ। ਰਾਸ਼ਨ ਦੀ ਜਿੱਥੇ ਜ਼ਰੂਰਤ ਸੀ ਜਾਂ ਜਿੱਥੇ ਕਿਸੇ ਕਿਸਮ ਦੀ ਕੋਈ ਜ਼ਰੂਰਤ ਸੀ, ਫਰਜ਼ ਸੀ, ਉਹ ਅਹਿਸਾਨ ਕਿਸੇ ਤੇ ਸੀ ਨਹੀਂ ਸੀ, ਇਹ ਤਾਂ ਹਿੰਮਤ ਚਾਹੀਦੀ ਸੀ। ਮੈਂ ਪੁੱਛਣਾ ਚਾਹੁੰਦਾ ਵੀ ਜਿਨ੍ਹਾਂ ਨੇ ਇਹੋ ਜਿਹੀਆਂ ਗੱਲਾਂ ਉਦੋਂ ਕੀਤੀਆਂ, ਉਹ ਗੁਰਦੁਆਰਾ ਸਾਹਿਬ ਜਾ ਕੇ ਦੇਖੋ, ਸਟੇਟਮੈਂਟਾਂ ਸਾਰੇ ਦੇ ਦਿੰਦੇ ਵੀ ਮੈਂ ਫੋਟੋਆਂ ਪਾ ਦਿੰਦੇ, ਦੇਖੋ ਮਹਾਮਾਰੀ ਵੇਲੇ ਵੀ ਫੋਟੋਆਂ ਪਾ ਦਿੰਦੇ ਵੀ ਅਸੀਂ ਆਹ ਕਰ ਰਹੇ ਹਾਂ। ਪਰ ਮੈਂ ਬੇਨਤੀ ਕਰੂੰਗਾ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਕੇ ਬੇਨਤੀ ਕਰਨ ਵੀ ਉਹਨਾਂ ਨੇ ਕੀ ਬਤੌਰ ਜਿਹੜਾ ਧਰਤੀ ਪੁੱਤ ਜਿਹੜਾ ਇੱਥੋਂ ਦੇ ਹੋਣ ਵਾਲੇ ਲੀਡਰ ਜਿਹੜੇ ਸੀਗੇ ਕਿ ਉਹਨਾਂ ਨੇ ਆਪਦਾ ਉਹ ਯੋਗਦਾਨ ਪਾਇਆ। ਸੋ ਨਹੀਂ, ਮੈਂ ਸਾਹਿਬ ਜ਼ਬਾਨ ਦਾ ਤੇ ਆਪਦੀ ਜਿਹੜਾ ਡਿਊਟੀ ਮੈਨੂੰ ਦਿੱਤੀ ਗਈ ਹੈ ਉਸ 'ਤੇ ਮੈਂ
ਤਨਦੇਹੀ ਨਾਲ ਨਿਭਾਉਣਾ ਜ਼ਿਆਦਾ ਸਹੀ ਸਮਝਦਾ। ਸੰਕਲਪ ਜਿੰਨੇ ਮਰਜ਼ੀ ਲੈ ਲਓ, ਜੇ ਮਨ 'ਚ ਇੱਛਾ ਹੀ ਹੈ ਨਹੀਂ ਜਾਂ ਉੱਥੇ ਰਹਿਣ ਦਾ ਮਨ ਹੀ ਹੈ ਨਹੀਂ, ਫਿਰ ਕੋਈ ਨਾ ਕੋਈ ਤੁਸੀਂ ਤਰੀਕਾ ਜਾਂ ਬਹਾਨਾ ਲੱਭ ਹੀ ਲਓਗੇ। ਕੁਝ ਡਿਵੈਲਪਮੈਂਟ ਦੇ ਮੁੱਦੇ ਹੈਗੇ ਆ, ਮੈਂ ਤੇ ਲੋਕ ਤੁਹਾਡੇ ਕੋਲ ਜਾਨਣਾ ਚਾਹੁੰਦੇ ਆ ਕਿ ਤੁਹਾਨੂੰ ਉਹਨਾਂ ਡਿਵੈਲਪਮੈਂਟ ਦੇ ਮੁੱਦਿਆਂ ਦੇ ਉੱਤੇ ਤੁਹਾਡੀ ਰਾਏ ਕੀ ਹੈ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਉਹਨੂੰ ਸੁਧਾਰ ਸਕਦੇ ਹੋ। ਗਵਰਨਮੈਂਟ ਸਪੋਰਟਸ ਅਕੈਡਮੀ ਨੂੰ ਲੈ ਕੇ ਲੋਕਾਂ ਦੀ ਮੰਗ ਹੈਗੀ ਆ। ਦੇਖੋ, ਜਿੰਨਾ ਚਿਰ ਤੁਸੀਂ ਜਿਹੜੇ ਵੀ ਜਮਹੂਰੀਅਤ ਦੇ ਵਿੱਚ ਜਿਨ੍ਹਾਂ ਨੂੰ ਲੋਕ ਮੌਕਾ ਦਿੰਦੇ ਹੈਗੇ ਆ ਰਾਜ ਕਰਨ ਦਾ, ਜਿੰਨਾ ਚਿਰ ਉਹ ਬੇਸਿਕ ਚੀਜ਼ਾਂ ਸਮਝ ਨਾ ਸਕਣ, ਅਕੈਡਮੀ ਸੈਟਅਪ ਕਰ ਲਾਂਗੇ ਫਿਰ ਕੀ ਹੋ ਜਾਊਗਾ। देयर हैज़ टू बी अ सिस्टम इन प्लेस कि जी ਤੁਹਾਨੂੰ ਸ਼ੁਰੂਆਤ ਕਰਨੀ ਪੈਣੀ ਹੈ ਬਿਲਕੁਲ ਜ਼ਮੀਨ ਸਤਰ ਤੋਂ ਕਿ ਕਿਸ ਤਰੀਕੇ ਦਾ ਮਾਹੌਲ ਬਣਾਈਏ। ਇਹ ਜਿਹੜਾ ਸਪੋਰਟਸ ਦਾ ਸਿਸਟਮ ਹੈਗਾ, ਇਹਦੀਆਂ ਕੀ ਰਿਜ਼ਰਵੇਸ਼ਨਸ ਹੋਣੀਆਂ ਚਾਹੀਦੀਆਂ ਪਾਲਿਸੀਜ਼ ਦੇ ਵਿੱਚ, ਕਿਸ ਤਰੀਕੇ ਬੱਚਿਆਂ ਨੂੰ ਸਪੋਰਟਸ ਨਾਲ ਖੇਡ ਦੇ ਤਰੀਏ ਵੀ ਜੋੜੀਏ ਔਰ ਇੱਕ ਕਰੀਅਰ ਦੇ ਤਰੀਏ ਵੀ ਜੋੜੀਏ। ਔਰ ਜੇ ਤੁਸੀਂ ਸਪੋਰਟਸ ਅਕੈਡਮੀ ਬਣਾਉਣੀ ਹੈ, ਇੱਕ ਅਕੈਡਮੀ ਬਣਾ ਕੇ ਕੀ ਕਰਾਂਗੇ, ਤੁਹਾਨੂੰ ਇੱਕ ਪਨੀਰੀ ਜੇ ਤੁਸੀਂ ਪੈਦਾ ਕਰਨੀ ਹੈ ਤੇ ਉਸ ਤੋਂ ਬਾਅਦ ਉਹਨੂੰ ਫਸਲ 'ਚ ਲੈ ਕੇ ਆਉਣਾ ਤੇ ਫਿਰ ਫਸਲ ਪਕਾਉਣੀ ਹੈ, ਤਾਂ ਉਹਦਾ ਪਹਿਲਾ ਸਟੈਪ ਕੀ ਹੈ ਸਰ? ਸ਼ੁਰੂਆਤ ਹੈਗੀ ਹੈ, ਮੈਂ ਮਹਿਸੂਸ ਕਰਦਾ ਹਾਂ ਕਿ ਆਪਣਾ ਜਿਹੜਾ ਬੁਨਿਆਦੀ ਢਾਂਚਾ ਹੈ ਉਹਨੂੰ ਹੀ ਸਭ ਤੋਂ ਪਹਿਲਾਂ ਠੀਕ ਕਰਨਾ ਜ਼ਰੂਰੀ ਹੈ। ਸਾਡੇ ਬੱਚਿਆਂ ਨੂੰ ਅੱਜ ਕੱਲ੍ਹ ਅਸੀਂ ਬੱਚੇ ਜਿਹੜੇ ਹੈ ਜਾਂ ਪੇਰੈਂਟਸ ਹੈ, ਅਸੀਂ ਆਪਦੇ ਬੱਚਿਆਂ ਨੂੰ ਸਪੋਰਟਸ ਪਤਾ ਕਿਵੇਂ ਖਿਡਾਉਣ ਲੱਗ ਪਏ ਹਾਂ ਕਿ ਜਦੋਂ 12ਵੀਂ 'ਚ ਕੰਪੀਟੀਸ਼ਨ ਦੇਣਾ ਹੋਵੇ ਉਹਦੇ ਵਿੱਚ ਅੰਡਰ ਸਪੋਰਟਸ ਕੋਟਾ ਨੰਬਰ ਬਣ ਜਾਣ ਜਾਂ ਉਸ ਪਰਸੈਂਟੇਜ ਆਏ ਮਿਲ ਜੇ। ਕਈ ਵਾਰ ਤੁਹਾਡੇ ਅਖਬਾਰਾਂ ਰਾਹੀਂ ਹੁੰਦਾ ਕਿ ਇੱਕ ਬੰਦੇ ਨੇ ਵਰਲਡ ਕੱਪ ਚੈਂਪੀਅਨਸ਼ਿਪ ਜਿੱਤੀ ਜਾ ਕੇ, ਉਹਨੂੰ ਸਰਕਾਰ ਕੋਈ ਉਹਨੂੰ ਸਿਪਾਹੀ ਭਰਤੀ ਨਹੀਂ ਕਰ ਰਹੀ, ਪਰ ਇੱਕ ਪਰਟੀਕੂਲਰ ਗੇਮ ਕਿਸੇ ਨੂੰ ਉਹਦੇ ਵਿੱਚ DSP ਵੀ ਭਰਤੀ ਕਰ ਰਹੀ ਹੈ। ਕਿ ਇਹ ਸਪੋਰਟਸ ਦੇ ਵਿੱਚ ਯੂਨੀਫਾਰਮ ਪਾਲਿਸੀ ਨਾ ਲੈ ਕੇ ਆਉਣਾ ਗਲਤ ਗੱਲ ਹੈ। ਸਭ ਤੋਂ ਪਹਿਲਾਂ ਕਿ ਯੂਨੀਫਾਰਮਿਟੀ ਹੋਣੀ ਚਾਹੀਦੀ ਹੈ। ਜੇ ਤੁਸੀਂ ਸਟੇਟ ਲੈਵਲ ਤੇ ਖੇਡੇ ਹੋ, ਆਹ ਗੇਮਾਂ ਖੇਡੇ ਹੋ, ਤਾਂ ਤੁਹਾਨੂੰ ਇਸ ਦੇ ਮੁਤਾਬਿਕ ਆਹ ਚੀਜ਼ ਮਿਲੂਗੀ ਜਿਹੜੀ ਕਿ ਹੈਗੀ ਹੈ। ਪਰ ਜਦੋਂ ਉਹ ਤਬਦੀਲ ਹੁੰਦੀ ਹੈ ਨੌਕਰੀ ਵਿੱਚ, ਉੱਥੇ ਕੋਈ ਇੱਕ ਯੂਨੀਫਾਰਮ ਪਾਲਿਸੀ ਅਵੇਲੇਬਲ ਹੈ ਨਹੀਂ ਗੀ। ਸੋ ਕਈ ਵਾਰ ਤੁਸੀਂ ਨੋਟਿਸ ਕਰਦੇ ਹੋ, ਪਿੱਛੇ ਜੇ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਸੀਗਾ ਉਹ ਬੀਬੀ ਸਾਡੀ ਜਿਹਨੇ ਵਰਲਡ ਚੈਂਪੀਅਨਸ਼ਿਪ ਜਿੱਤੀ ਸੀ। ਸੋ ਜੇ ਕਿਤੇ ਇੱਕ ਯੂਨੀਫਾਰਮ ਪਾਲਿਸੀ ਹੋਵੇ, ਤੁਹਾਨੂੰ ਇਹ ਤਕਲੀਫ ਹੀ ਨਾ ਹੋਵੇ, ਕਿਸੇ ਨੂੰ ਅਪਲਾਈ ਕਰਨ ਦੀ ਲੋੜ ਹੀ ਨਾ ਹੋਵੇ। ਤੁਸੀਂ ਕਿਹਾ ਸਿੱਧੂ ਸਾਹਿਬ ਨੂੰ ਜਿਹੜਾ ਉਹ ਮੈਨੀਫੈਸਟੋ ਦੀ ਗੱਲ ਕਰਦੇ ਕਿ ਇਸ ਤਰੀਕੇ ਦੀ ਵੀ ਪਾਲਿਸੀਜ਼ ਹੋਣੀਆਂ ਚਾਹੀਦੀਆਂ। ਦੇਖੋ, ਸਾਡੇ ਮੈਨੀਫੈਸਟੋ ਦੇ ਚੇਅਰਮੈਨ ਹੈਗੇ ਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਨਵਜੋਤ ਸਿੰਘ ਸਿੱਧੂ ਹੈਗੇ ਆ ਪਾਰਟੀ ਦੇ ਪ੍ਰਧਾਨ। ਅਸੀਂ ਜੋ ਆਪਦਾ ਫੀਡਬੈਕ ਦੇਣਾ ਸੀ ਅਸੀਂ, ਪਰ ਉਹ ਉਹਨਾਂ ਨੇ ਉਸ ਦਿਨ ਕਿਹਾ, ਕਹਿੰਦੇ ਕਿ ਜੇ ਮੇਰੀਆਂ ਇਹ ਜੋ ਮੈਂ ਚੀਜ਼ਾਂ ਕਹੀਆਂ ਨੇ ਜੇ ਮੈਨੀਫੈਸਟੋ ਵਿੱਚ ਨਹੀਂ ਹੁੰਦੀਆਂ ਸ਼ਾਮਲ, ਤੇ ਜਾਂ ਫਿਰ ਮੈਨੀਫੈਸਟੋ ਹੈ ਤੇ ਜਾਂ ਫਿਰ ਸਿੱਧੂ ਨਹੀਂ ਹੈ। ਦੇਖੋ, ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਉਹਨਾਂ ਨੇ ਕਿਹਾ ਹੈ, ਉਹਨਾਂ ਨੇ ਕਰਨਾ ਹੈ। ਮੈਂ ਤਾਂ ਪਾਰਟੀ ਦੇ ਇੱਕ ਜਿਹੜਾ ਮੈਂ ਪਾਰਟੀ ਵਿੱਚ ਜਿਹੜਾ ਮੈਂ ਹਿੱਸੇਦਾਰ ਹੈਗਾ, ਜਿੱਥੇ ਮੇਰੀ ਜਗ੍ਹਾ ਹੈਗੀ ਹੈ, ਉਸ ਜਗ੍ਹਾ ਨੂੰ ਦੇਖਦਿਆਂ ਹੋਇਆ ਜੋ ਸਾਡੀ ਮੈਨੀਫੈਸਟੋ ਕਮੇਟੀ ਨੇ ਤਰੀਕੇ ਆਨਲਾਈਨ ਦੇ ਦੱਸੇ ਸੀ ਸਾਨੂੰ ਵੀ ਤੁਸੀਂ ਆਦੀ ਫੀਡਬੈਕ ਆਏ ਦੇ ਸਕਦੇ ਹੋ, ਲਿਖ ਕੇ ਭੇਜ ਸਕਦੇ ਹੋ, ਉਹ ਬੇਨਤੀ ਅਸੀਂ ਕਰਦੇ ਹਾਂ। ਪਰ ਸੰਧੂ ਸਾਹਿਬ ਮੈਨੀਫੈਸਟੋ ਆਇਆ ਵੀ ਨਹੀਂ ਹਾਲੇ ਤੱਕ, ਦੇਰ ਨਹੀਂ ਹੋ ਰਹੀ ਹੈ ਕਿ ਜੀ ਮੈਨੀਫੈਸਟੋ, ਫਿਰ ਇਹ ਹੈ ਕਿ ਦੇਰ ਨਾਲ ਆਵਾਂਗੇ ਪਰ ਦਰੁਸਤ ਆਵਾਂਗੇ। ਪਹਿਲੀ ਗੱਲ ਮੈਂ ਇੱਕ ਹੋਰ ਪਿੱਛੇ ਲੈ ਕੇ ਜਾਣਾ ਚਾਹੁੰਦਾ, ਇਹ ਜਿਹੜਾ ਮੈਨੀਫੈਸਟੋ ਹੈ ਨਾ ਸਾਹਿਬ, ਇਹ ਇੱਕ ਲੀਗਲ ਬਾਈਂਡਿੰਗ, ਇੱਕ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਤਾਂ ਕਿ ਜਿਹੜੇ ਇਸ਼ੂਜ਼ ਆਪਾਂ ਡਿਸਕਸ ਕਰਦੇ ਆ ਵੀ ਫਲਾਨਾ ਗਰੰਟੀਆਂ ਦੇ ਰਿਹਾ, ਆਮ ਆਦਮੀ ਪਾਰਟੀ ਮੈਂ ਉਹਨੂੰ ਕਹਿਣਾ ਗਰੰਟੀਆਂ ਦੇ ਰਹੀ ਹੈ ਜਾਂ ਇਹੋ ਜਿਹਾ ਕੁਛ ਕਰ ਰਹੀ ਹੈ, ਇਸ ਦਾ ਇੱਕ ਤਰੀਕਾ ਹੋਣਾ ਚਾਹੀਦਾ ਵੀ ਭਾਈ ਜੇ ਤੁਸੀਂ ਨਹੀਂ ਆਪਦੇ ਮੈਨੀਫੈਸਟੋ ਤੇ ਪੂਰੇ ਉਤਰੇ ਫਿਰ ਅਗਲੀ ਇਲੈਕਸ਼ਨ ਲੜਨਾ ਭੁੱਲ ਜਾਓ। ਜੇ ਇਸ ਕਿਸਮ ਦੀ ਆਪਾਂ ਸੰਜੀਦਗੀ ਜਾਂ ਇਸ ਕਿਸਮ ਦੀ ਸੀਰੀਅਸਨੈਸ ਲੈ ਕੇ ਆਵਾਂਗੇ, ਮੇਰੇ ਖਿਆਲ 'ਚ ਮੈਨੀਫੈਸਟੋ ਵਾਲਾ ਜਿਹੜਾ ਔਰ ਲੋਕਾਂ ਨਾਲ ਜਿਹੜੇ ਵਾਅਦੇ ਹੈਗੇ ਆ ਉਹ ਬੜੇ ਰੀਅਲਿਸਟਿਕ ਔਰ ਬੜੇ ਸਹੀ ਹੋਣ ਲੱਗ ਪੈਣਗੇ। ਦੂਜੀ ਡਿਮਾਂਡ ਹੈਗੀ ਡਿਗਰੀ ਕਾਲਜ ਫॉर ਵੂਮਨ। ਡਿਗਰੀ ਕਾਲਜ ਫॉर ਵੂਮਨ ਵੇਅਰ? ਡਿਗਰੀ ਕਾਲਜ ਫॉर ਵੂਮਨ ਇਨ ਵਿਚ ਕੋਰਸ? ਇਹ ਮੈਂ ਗੱਲ ਕਹਿਣਾ ਜੀ ਕਿ ਇਹ ਇੱਕ ਹੁਣ ਮੈਂ ਕਹੀ ਹਾਂ, ਤੁਸੀਂ ਮੈਨੂੰ ਪੁੱਛੋ ਦਾਖੇ ਲਈ ਕੀ ਸੁਪਨਾ ਹੈ, ਮੇਰਾ ਸੁਪਨਾ ਹੈ। ਸੋ ਮੈਂ ਕਹਿੰਦਾ ਜੀ ਕਿ ਸਾਡਾ ਦਾਖਾ ਮੁੱਢਲੀਆਂ ਚੀਜ਼ਾਂ ਤੋਂ ਬਹੁਤ ਵਾਂਝਾ ਹੈ, ਬਹੁਤ ਚੀਜ਼ਾਂ ਇੱਥੇ ਦੀ ਜ਼ਰੂਰਤ ਹੈ। ਅੱਜ ਬੱਸ ਸਟੈਂਡ ਬਣਿਆ, ਫਾਇਰ ਸਟੇਸ਼ਨ ਬਣਿਆ, ਸੀਨੀਅਰ ਸਿਟੀਜ਼ਨ ਹੋਮ ਬਣਿਆ, ਪਰ ਕੰਮ ਹਜੇ ਖਤਮ ਨਹੀਂ ਹੋਏ। ਸਾਡੇ ਕੋਲ ਇੱਥੇ ਇੱਕ ਗਵਰਨਮੈਂਟ ਕਾਲਜ ਹੀ ਹੈ ਨਹੀਂਗਾ ਪੂਰੇ ਦਾਖੇ ਹਲਕੇ 'ਚ। ਸਿੱਧਵਾਂ ਬੇਟ ਵਾਲੇ ਪਾਸੇ ਸਾਨੂੰ ਜਿਵੇਂ ITI ਅਸੀਂ ਲੈ ਕੇ ਆਏ 22 ਸਾਲਾਂ ਦੀ ਮਸ਼ੱਕਤ ਤੋਂ ਬਾਅਦ, ਇਹੋ ਜਿਹੀ ITI ਸਾਨੂੰ ਲਤਾਲੇ ਵੀ ਚਾਹੀਦੀ ਹੈ। ਸਾਡਾ ਪ੍ਰਾਇਮਰੀ ਹੈਲਥ ਸੈਂਟਰ
ਹੁਣ ਕਮਿਊਨਿਟੀ ਹੈਲਥ ਸੈਂਟਰ ਅਪਗ੍ਰੇਡ ਹੋਇਆ, ਜਦ ਕਿ ਮੁੱਲਾਂਪੁਰ ਸ਼ਹਿਰ ਨੂੰ, ਮੁੱਲਾਂਪੁਰ ਕਸਬੇ ਨੂੰ ਇੱਕ ਹਸਪੀਟਲ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਐਲਾਨ ਕਰਕੇ ਗਏ ਆ ਕਿ ਅਸੀਂ ਮੁੱਲਾਂਪੁਰ ਨੂੰ ਬਣਾਤਾ ਹੈਗਾ, ਸਬ ਡਿਵੀਜ਼ਨ ਐਲਾਨ ਕਰਤੀ ਹੈ। ਉਹ ਜਿਹੜੀ ਐਲਾਨ ਹੋਇਆ ਉਸ ਤੋਂ ਬਾਅਦ ਕੋਡ ਲੱਗਣ ਕਰਕੇ ਉਹ ਸਾਰੀਆਂ ਚੀਜ਼ਾਂ ਕੁਝ ਵੀ ਨਹੀਂ ਹੋ ਸਕੀਆਂ। ਉਹਨੂੰ ਅੱਗੇ ਲੈ ਕੇ ਜਾਣਾ ਹੈਗਾ। ਸਾਡਾ ਛੋਟਾ ਜਿਹਾ ਸ਼ਹਿਰ ਹੈ, ਆ ਜਿਹੜੇ 2 ਫਲਾਈਓਵਰ ਬੜੇ ਜਿਹਦੀ ਬਹੁਤ ਵਾਹ ਲੈ ਰਹੀ ਹੈਗੇ ਆ ਪੁਰਾਣੇ ਲੀਡਰ ਸਾਹਿਬਾਨ, ਇਹਨਾਂ ਨੇ ਕਸਬਾ ਹੀ 2 ਪਾਸੇ ਕਰਤਾ। ਮੁੱਲਾਂਪੁਰ ਸਾਡਾ ਜਿਹੜਾ ਪਰਿਵਾਰ ਸੀ 2 ਹਿੱਸਿਆਂ 'ਚ ਹੀ ਵੰਡਤਾ, ਕਿਉਂਕਿ ਜਿਸ ਤਰੀਕੇ ਨਾਲ ਇਹ ਬਣਿਆ। ਇਹੀ ਕਿਤੇ ਐਲੀਵੇਟਡ ਜਾਂ ਪਿਲਰਸ ਤੇ ਹੁੰਦਾ, ਸਾਡਾ ਦੋਨੋਂ ਪਾਸੇ ਆਪਦੇ ਨਾਲ ਜੁੜੇ ਰਹਿੰਦੇ। ਜੇ ਇਹਨੂੰ ਦਰੁਸਤ ਕਰਵਾਇਆ, ਕਿਉਂਕਿ ਇਹਦੇ ਵਿੱਚ NHAI ਤੇ ਗਵਰਨਮੈਂਟ ਆਫ ਇੰਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਚੀਜ਼ ਦੇ ਵਿੱਚ ਤਾਂ ਕੰਗ ਸਾਹਿਬ ਬੜੇ ਮਾਹਰ ਹੈਗੇ, ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ। ਢਾਂਚੇ ਤਿਆਰ ਕਰਨ ਦੇ ਵਿੱਚ ਉਹਨਾਂ ਦਾ ਬੈਕਗ੍ਰਾਉਂਡ ਇਸ ਤਰੀਕੇ ਦੇ ਨਾਲ ਰਿਹਾ, ਉਹਨਾਂ ਦੇ ਨਾਲ ਕਿਸ ਤਰੀਕੇ ਦੀ ਟੱਕਰ ਰਹਿਣ ਵਾਲੀ ਤੁਹਾਡੀ ਐਤਕੀ? ਦੇਖੋ, ਉਹ ਟੱਕਰ ਢਾਂਚਿਆਂ ਨਾਲ ਨਹੀਂ ਹੋਣੀ ਕਿ ਜੀ, ਟੱਕਰ ਜਾਂ ਜਿਹੜੀ ਲੋਕਾਂ ਨੇ ਵੋਟਾਂ ਪਾਉਣੀਆਂ, ਤੁਹਾਡੀ ਜੋ ਤੁਸੀਂ ਜਿਸ ਤਰੀਕੇ ਨਾਲ ਲੋਕਾਂ 'ਚ ਵਿਚਰੇ ਹੋ ਜਾਂ ਤੁਸੀਂ ਜੋ ਯੋਗਦਾਨ ਪਾਇਆ, ਮੇਰੇ ਖਿਆਲ 'ਚ ਉਹ ਇੱਥੇ ਬੱਦੋਵਾਲ ਸਾਡਾ ਪਿੰਡ ਹੈ, ਉੱਥੇ ਉਹਨਾਂ ਦਾ ਇੱਕ ਇੰਸਟੀਟਿਊਸ਼ਨ ਰਨ ਕਰ ਰਹੇ ਹੈ, ਉਹਦੇ ਉਹ ਮਾਲਕ ਹੈ। ਸੋ ਜੇ ਉਹਨਾਂ ਨੇ ਉੱਥੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਹੈ, ਜਿਹੜੇ ਆਮ ਪਰਿਵਾਰਾਂ 'ਚ ਉੱਠ ਕੇ ਬੱਚੇ ਆਏ ਹੈਗੇ ਆ, ਉਹਨਾਂ ਨੂੰ ਗਾਈਡ ਕੀਤਾ ਹੈਗਾ, ਉਹਨਾਂ ਨੇ ਕੁਝ ਅੱਗੇ ਲਾਇਆ ਹੈਗਾ, ਤਾਂ ਇਹੋ ਜਿਹੀਆਂ ਚੀਜ਼ਾਂ ਲੋਕਾਂ ਅੱਗੇ ਰੱਖ ਸਕਣਗੇ। ਤੇ ਜੇ ਉਹਨਾਂ ਦਾ ਯੋਗਦਾਨ ਇਹੋ ਜਿਹਾ ਨਹੀਂ ਰਿਹਾ, ਫਿਰ ਉਹ ਜਿਹਾ ਵੀ ਸਵਾਲ ਪੁੱਛਿਆ ਜਾ ਸਕੂਗਾ ਵੀ ਚੈਰਿਟੀ ਬਿਗਨਸ ਐਟ ਹੋਮ, ਤੁਸੀਂ ਉੱਥੋਂ ਕੀ ਸ਼ੁਰੂਆਤ ਕੀਤੀ ਹੈ ਕਿ ਨਹੀਂ ਕੀਤੀ ਹੈਗੀ। ਉਹਨਾਂ ਦੀਆਂ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹ ਆਪਦੀਆਂ ਅੱਗੇ ਰੱਖ ਸਕਣਗੇ। ਸੋ ਜਿਹੜੇ ਢਾਂਚੇ ਦੀ ਤੁਸੀਂ ਗੱਲ ਕੀਤੀ ਹੈ ਵੀ ਉਹ ਬਣਾਉਣ ਦੇ ਮਾਹਰ ਹੈ, ਉਹਨਾਂ ਨੂੰ ਬੈਸਟ ਵਿਸ਼ੇਜ਼ ਆ। ਮੈਂ ਤਾਂ ਹਰ ਉਮੀਦਵਾਰ ਨੂੰ ਬੈਸਟ ਵਿਸ਼ੇਜ਼ ਦਿੰਦਾ ਹੈਗਾ। ਸਾਹਿਬ, ਤੁਹਾਨੂੰ ਲੱਗਦਾ ਤੁਸੀਂ ਕਾਂਗਰਸ ਦੀ ਮੁੱਲਾਂਪੁਰ ਦਾਖਾ ਦੇ ਵਿੱਚ ਤਕਦੀਰ ਬਦਲੋਗੇ? ਕਿਉਂਕਿ ਫੁਲਕਾ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਤਾਂ ਬਦਲਤੀ ਸੀ। ਸਾਹਿਬ, ਮੈਂ ਕੌਣ ਹੁੰਦਾ ਤਕਦੀਰ ਬਦਲਣ ਵਾਲਾ? ਮੈਂ ਤਾਂ ਆਪਦੀ ਤਕਦੀਰ ਲੈ ਕੇ ਫਿਰਦਾ। ਤਕਦੀਰ ਤਾਂ ਲੋਕਾਂ ਨੇ ਬਦਲਣੀ ਹੈ, ਲੋਕ ਫੈਸਲਾ ਕਰਨਗੇ। ਮੇਰੇ ਤਕਦੀਰ ਦਾ ਫੈਸਲਾ ਲੋਕਾਂ ਦੇ ਹੱਥ ਹੈ, ਔਰ ਲੋਕਾਂ ਦੇ ਹੱਥ ਹੀ ਪਾਰਟੀ ਦੀ ਤਕਦੀਰ ਦਾ ਫੈਸਲਾ ਹੈ। ਮੈਂ ਤਾਂ ਇੱਕ ਆਮ ਇਨਸਾਨ ਹੈ, ਔਰ ਇਹੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਕਿ ਜਨਤਾ ਨੂੰ, ਇਸ ਪਰਿਵਾਰ ਨੂੰ ਮੇਰੀ ਤਕਦੀਰ ਬਦਲਣ ਵਿੱਚ ਮੇਰਾ ਸਾਥ ਦੇ। ਇੱਕ ਚੀਜ਼ ਦੱਸੋ, 2 ਚੀਜ਼ਾਂ ਨੇ। ਚੰਨੀ ਸਾਹਿਬ ਦੀ ਜੋ ਇਮੇਜ ਹੈ, ਜਦੋਂ ਤੁਸੀਂ ਪਿੰਡਾਂ 'ਚ ਜਾਂਦੇ ਹੋ, ਵਿਚਰਦੇ ਹੋ, ਲੋਕੀ ਚੰਨੀ ਸਾਹਿਬ ਬਾਰੇ ਜ਼ਿਆਦਾ ਗੱਲ ਕਰਦੇ ਪਏ ਆ ਜਾਂ ਸਿੱਧੂ ਸਾਹਿਬ ਦਾ ਪੰਜਾਬ ਮਾਡਲ ਜਿਹੜਾ ਹੈਗਾ ਉਹ ਜ਼ਿਆਦਾ ਪ੍ਰਚਲਿਤ ਹੈ? ਉਹ ਜੇ ਸੱਚੀ ਪੁੱਛਦੇ ਹੈਗੇ ਹੋ ਤਾਂ ਜੋ 111 ਦਿਨਾਂ ਦੇ ਵਿੱਚ ਇਹ ਚਰਚਾ ਦਾ ਪੰਜਾਬ ਮਾਡਲ ਵੀ ਹੁੰਦਾ, ਹਿੱਸਾ ਬਣਦਾ, ਪਰ ਉਹ ਅਲੱਗ ਤਰੀਕੇ ਨਾਲ ਬਣਦਾ। ਪਰ ਸੰਜੀਦਗੀ ਨਾਲ ਜੇ ਲੋਕ ਗੱਲ ਕਰਦੇ ਆ ਤਾਂ 111 ਦਿਨ ਜਿਹੜੇ ਸਾਡੇ ਇਸ ਮੁੱਖ ਮੰਤਰੀ ਨੇ ਜਿਸ ਤਰੀਕੇ ਨਾਲ ਕੰਮ ਕੀਤਾ, ਉਹ ਬਹੁਤ ਵੱਡਾ ਚਰਚਾ ਦਾ ਹਿੱਸਾ ਬਣਿਆ ਹੋਇਆ। ਕਿਉਂਕਿ ਇਸ ਇਨਸਾਨ ਨੇ ਪਹਿਲਾਂ ਤਾਂ 70 ਸਾਲਾਂ ਬਾਅਦ ਇੱਕ ਸਰਮਾਏਦਾਰਾਂ ਤੋਂ ਹਟ ਕੇ ਇੱਕ ਆਮ ਵਰਗ ਤੋਂ ਮੁੱਖ ਮੰਤਰੀ ਮਿਲਿਆ ਪੰਜਾਬ ਨੂੰ। ਇੱਕ ਇਹੋ ਜਿਹਾ ਪਰਿਵਾਰ 'ਚ ਉੱਠ ਕੇ ਆਇਆ ਹੈਗਾ ਕਿ ਜਿਸ ਦੇ ਪਰਿਵਾਰ ਦੇ ਜਦੋਂ ਇਹਨਾਂ ਦਾ ਜਨਮ ਹੋਇਆ ਜਾਂ ਉਸ ਤੋਂ ਜਿਹੜੇ ਪਰਿਵਾਰ ਦੇ ਹਾਲਾਤ ਸੀ ਉਹ ਬੜੇ ਔਖੇ ਸੀ, ਬੜੀ ਮੁਸ਼ਕਲਾਂ ਦੇ ਵਿੱਚ ਬੜੀ ਮਿਹਨਤ ਕਰਕੇ ਪਰਿਵਾਰ ਅੱਗੇ ਨਿਕਲਿਆ। ਇਹਨਾਂ ਦੀ ਆਪਦੀ ਸਿਆਸਤ ਵੀ ਬੜੀ ਮਿਹਨਤ ਨਾਲ ਹੋਈ ਹੈ, ਕਿਤੇ ਕਾਉਂਸਲਰ, ਕਿਤੇ ਪ੍ਰਧਾਨਗੀ, ਕਿਤੇ ਆਜ਼ਾਦ MLA, ਫਿਰ ਪਾਰਟੀ ਵੱਲੋਂ MLA, ਫਿਰ CLP, ਫਿਰ ਮੰਤਰੀ, ਫਿਰ ਮੁੱਖ ਮੰਤਰੀ। ਪਰ ਬਹੁਤ ਚਰਚਾ ਦਾ ਹਿੱਸਾ ਹੈ 111 ਦਿਨ ਦਾ ਚਰਨਜੀਤ ਸਿੰਘ ਜੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ। ਪੈਟਰੋਲ ਸਸਤਾ, ਡੀਜ਼ਲ ਸਸਤਾ, ਬਿਜਲੀ ਸਸਤੀ, ਕਿਹਨੂੰ ਹਿੱਟ ਕਰਦੀਆਂ ਚੀਜ਼ਾਂ? ਸਭ ਆਪਣੇ ਤਾਂ ਇੱਕ ਇਹੋ ਜਿਹਾ ਵਰਗ ਹੈ ਜਿਹੜੇ ਕਾਰਡ ਕੱਢਦੇ ਆ, ਜਿੰਨੇ ਦਾ ਮਰਜ਼ੀ ਪੈਟਰੋਲ ਡੀਜ਼ਲ ਹੋਵੇ ਜਾਂ ਜੋ ਵੀ ਹੋਵੇ ਦੇ ਕੇ ਚਲੇ ਜਾਂਦੇ ਆ। ਪਰ ਜਦੋਂ ਇੱਕ ਬੰਦਾ ਸਟੋਵ 'ਚ ਕੋਈ ਤੇਲ ਪਾਉਣਾ ਹੋਵੇ, ਪੈਟਰੋਲ ਆਪਣਾ ਗੱਡੀ 'ਚ ਮੋਟਰਸਾਈਕਲ 'ਚ ਤੇਲ ਪਾਉਣਾ ਹੋਵੇ, ਉਹਨੂੰ ਇਹ ਪਤਾ ਹੁੰਦਾ ਵੀ ਮੇਰੀ ਆ 3 ਲੀਟਰ ਦੀ 5 ਲੀਟਰ ਦੀ ਟੈਂਕੀ ਕਿੰਨੇ ਨਾਲ ਭਰਦੀ ਹੈ। ਤੇ ਜਦੋਂ ਉਹਨੂੰ 10 ਰੁਪਏ ਪਰ ਲੀਟਰ ਰਿਲੀਫ ਮਿਲਦਾ, ਜਾਂ ਜਿਹੜਾ ਡਰਮ ਭਰਾ ਕੇ ਜਿਹਨੇ ਜਾ ਕੇ ਖੇਤਾਂ 'ਚ ਟਰੈਕਟਰ ਵਾਹੁਣਾ ਹੈਗਾ, ਜਦੋਂ ਉਹਨੂੰ ਫਰਕ ਪੈਂਦਾ ਵੀ 5 ਰੁਪਏ ਲੀਟਰ ਪਿੱਛੇ ਮੇਰਾ 1000 ਰੁਪਏ ਮੇਰਾ ਸਸਤਾ ਪੈ ਗਿਆ ਡਰਮ, ਫਿਰ ਪਤਾ ਲੱਗਦਾ ਵੀ ਇੱਕ ਆਮ ਵਰਗ ਤੋਂ ਉੱਠਿਆ ਮੁੱਖ ਮੰਤਰੀ ਕਿਸ ਕਿਸਮ ਦੇ ਫੈਸਲੇ ਲੈਂਦਾ। ਔਰ ਇੱਕ ਜਿਹੜਾ ਮੈਂ ਤਾਂ ਉਹਨੂੰ ਕੀ ਕਹੂੰਗਾ, ਕਿ ਉਹਨੂੰ ਕੀ ਉਹਦਾ ਬੈਕਗਰਾਊਂਡ ਕਹੂੰਗਾ, ਪਰ ਇੱਕ ਗਰੰਟੀਆਂ ਦੇਣ ਵਾਲਾ ਮੁੱਖ ਮੰਤਰੀ ਦਿੱਲੀ ਵਾਲਾ, ਆਪਦੇ ਉੱਥੇ ਬਿਨਾਂ ਲਾਗੂ ਕੀਤਿਆਂ ਇੱਕ ਨਾਲ ਦੇ ਹਲਕੇ ਸਟੇਟ ਵਿੱਚ ਆ ਕੇ ਗਰੰਟੀਆਂ ਦਿੰਦਾ ਹੈਗਾ। ਇਹ ਦੋਨੋਂ ਚੀਜ਼ਾਂ ਜਿਹੜੀ ਹੈਗੀਆਂ ਲੋਕ
ਤਰਾਜੂਆਂ 'ਚ ਤੋਲਣਗੇ ਔਰ ਫਿਰ ਫੈਸਲੇ ਕਰਨਗੇ। ਸੰਧੂ ਸਾਹਿਬ, ਇੱਕ ਤਾਂ ਤਰੀਕਾ ਤੁਹਾਡਾ ਜਿਵੇਂ ਤੁਸੀਂ ਕੇਜਰੀਵਾਲ ਸਾਹਿਬ ਨੂੰ ਘੇਰ ਰਹੇ ਹੋ ਬੜੇ ਤਰੀਕੇ ਦੇ ਨਾਲ, ਜ਼ੁਬਾਨ ਤੇ ਸੰਯਮ ਹੈ। ਇੱਕ ਤਰੀਕਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਵੀ ਹੈਗਾ ਜੋ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਹੈਗਾ। ਇਹਨੂੰ ਕਿਸ ਤਰੀਕੇ ਦੇ ਨਾਲ ਲੋਕੀ ਤਰਾਜ਼ੂ ਤੇ ਤੋਲਦੇ ਆ? ਦੇਖੋ ਮਨਕੇਤ ਜੀ, ਲੋਕ ਨਾ ਅਖੀਰ ਦੇ ਵਿੱਚ ਤੁਹਾਡੀ ਨੀਅਤ ਦੇਖਦੇ ਆ। ਤੁਹਾਡੀ ਜਿਹੜੀ ਤੁਸੀਂ ਲੋਕਾਂ ਦੇ ਵਿੱਚ ਵਿਚਰੇ ਹੋ ਉਹਨੂੰ ਤੋਲਦੇ ਆ। ਲੋਕਾਂ ਨੂੰ ਜਮਾਂ ਹੀ ਪਸੰਦ ਨਹੀਂ ਤੁਹਾਡਾ ਜਿਹੜਾ ਪਰਸਨਲ ਇੱਕ ਦੂਜੇ ਤੇ ਕਰੈਕਟਰ ਅਸੈਸੀਨੇਸ਼ਨ ਕਰਨਾ, ਗਾਲੀ ਗਲੋਚ ਕਰਨਾ। ਮੈਂ ਡਿਬੇਟਸ ਵਿੱਚ ਜਾਂਦਾ ਹੁੰਦਾ ਸੀ, ਹੁਣ ਕਾਫੀ ਦੇਰ ਹੋ ਗਈ ਹਟ ਗਿਆ। ਅਕਸਰ ਕਿਤੇ ਕਿਤੇ, ਰੋਜ਼ ਤਾਂ ਨਹੀਂ, ਫੋਨ ਜਿਹੜਾ ਆਉਂਦਾ ਸੀ ਜਾਂ ਜਦੋਂ ਕੋਈ ਇਨਸਾਨ ਰੂਬਰੂ ਹੁੰਦਾ ਸੀ, ਉਹ ਇੱਕ ਗੱਲ ਜ਼ਰੂਰ ਉਚੇਚੇ ਤੌਰ ਤੇ ਕਹਿੰਦਾ ਸੀ ਕਿ ਤੁਸੀਂ ਬੜੀ ਸਹਿਣਸ਼ੀਲਤਾ ਨਾਲ ਔਰ ਬੜੇ ਲਫ਼ਜ਼ਾਂ ਦੇ ਅਲਫਾਜ਼ਾਂ ਨੂੰ ਬੜੇ ਸੀਮਤ ਤਰੀਕੇ ਨਾਲ, ਜ਼ਿਆਦਾ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ, ਜੋ ਇੱਕ ਇਸ਼ੂ ਹੈਗਾ ਉਸ 'ਤੇ ਹੀ ਰਹਿ ਕੇ ਗੱਲ ਕਰਦੇ ਹੋ। ਮੈਂ ਸਿਆਸਤ ਵਿੱਚ ਵੀ ਉਹੀ ਸੋਚਦਾ, ਕਿਸੇ ਨੂੰ ਕੀ ਫਰਕ ਪੈਂਦਾ ਲੱਗੇ ਜੀ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ। ਜਿਹੜੇ ਕੰਮ ਲਈ ਤੁਸੀਂ ਲੋਕਾਂ ਕੋਲ ਅੱਜ ਕਚਹਿਰੀ ਵਿੱਚ ਜਾ ਰਹੇ ਹੋ ਇਲੈਕਸ਼ਨ ਨੂੰ ਲੈ ਕੇ, ਉੱਥੇ ਲੋਕਾਂ ਬਾਰੇ ਤੁਸੀਂ ਗੱਲ ਕਰਦੇ ਹੋ। ਤੁਹਾਡੀ ਲੋਕਾਂ ਬਾਰੇ ਕੀ ਸੋਚ ਹੈ ਤੁਸੀਂ ਉਹ ਗੱਲ ਕਰਨੀ ਹੈ। ਤੁਹਾਡੀ ਉਸ ਹਲਕੇ ਪ੍ਰਤੀ ਕੀ ਸੋਚ ਹੈ ਤੁਸੀਂ ਉਹ ਗੱਲ ਕਰਨੀ ਹੈ, ਨਾ ਕਿ ਕਿਸੇ ਨੂੰ ਮਾੜਾ ਚੰਗਾ ਕਹਿ ਕੇ। ਜੋ ਤੁਸੀਂ ਕੇਜਰੀਵਾਲ ਦੀਆਂ ਨੀਤੀਆਂ ਨੂੰ ਜੇ ਉਹਨਾਂ ਦੇ ਆਲੋਚਕ ਵੀ ਹੈਗੇ ਹੋ ਤਾਂ ਨੀਤੀਆਂ ਦੀ ਆਲੋਚਨਾ ਕਰੋ, ਇੰਡੀਵਿਜੂਅਲੀ ਕਿਉਂ ਕਿਸੇ ਨੂੰ ਮਾੜਾ ਚੰਗਾ ਕਹਿਣਾ। ਅਜੇ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਡਿਬੇਟਸ 'ਚ ਜਾਂਦੇ ਸੀਗੇ, ਲੋਕਾਂ ਨੇ ਤੁਹਾਨੂੰ ਬਕਾਇਦਾ ਕਾਲ ਕਰਕੇ ਮੈਸੇजेस ਕਰਕੇ ਕਿਹਾ ਕਿ ਤੁਸੀਂ ਬੜੇ ਸਬਰ ਦੇ ਨਾਲ ਤੇ ਸਹਿਣਸ਼ੀਲਤਾ ਦੇ ਨਾਲ ਗੱਲ ਕਰਦੇ ਹੋ। ਤੁਸੀਂ ਜਦੋਂ ਪਹਿਲਾਂ ਜ਼ਿਕਰ ਕਰ ਰਹੇ ਸੀਗੇ ਆਪਣੀ ਜ਼ਿੰਦਗੀ ਬਾਰੇ ਕਿ ਮੈਂ ਬਾਹਰ ਗਿਆ, ਮੈਂ ਕੰਮ ਕੀਤਾ, ਮੈਂ ਸਮੁੰਦਰੀ ਜਹਾਜ਼ ਦੇ ਉੱਤੇ ਕੰਮ ਕੀਤਾ, ਤੁਸੀਂ ਆਪਣੇ ਮਾਤਾ ਪਿਤਾ ਬਾਰੇ ਦੱਸਿਆ। ਸਿਆਸਤ ਦੇ ਵਿੱਚ ਸੰਧੂ ਸਾਹਿਬ ਕਹਿੰਦੇ ਗੋਡ ਫਾਦਰ ਹੋਣਾ ਬੜਾ ਜ਼ਰੂਰੀ ਹੈ। ਤੁਹਾਡੇ ਗੋਡ ਫਾਦਰ ਕੌਣ ਹੈ, ਕਿਹਨੂੰ ਮੰਨਦੇ ਹੋ? ਦੇਖੋ, ਜਦੋਂ ਮੈਂ ਆ ਫੈਸਲਾ ਲਿੱਤਾ ਸੀ ਨਾ, ਮੈਂ ਰੀਸੈਂਟ ਐਗਜ਼ਾਮਪਲ ਦੇ ਕੇ ਇਸ ਗੱਲ ਦਾ ਜਵਾਬ ਦੇਵਾਂਗਾ। ਸੋ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਸੀ ਤੇ ਉਹਨਾਂ ਦੀ ਸੋਚ ਸੀ ਪਾਰਟੀ ਛੱਡ ਕੇ, ਉਹ ਪਾਰਟੀ ਛੱਡ ਕੇ ਜਿਸ ਦੇ ਵਿੱਚ 21 ਸਾਲ ਜਦੋਂ ਵਾਪਸੀ ਉਹਨਾਂ ਨੇ ਕੀਤੀ 1998 ਵਿੱਚ, ਉਸ ਤੋਂ ਬਾਅਦ 21 ਸਾਲ ਦਾ ਜਿਹੜਾ ਸਮਾਂ ਸੀ, 19 ਸਾਲ ਪਾਰਟੀ ਨੇ ਵੱਖ-ਵੱਖ ਅਹੁਦਿਆਂ ਤੇ ਨਵਾਜਿਆ ਸੀ, ਬਹੁਤ ਜ਼ਿਆਦਾ ਇੱਜ਼ਤ-ਮਾਨ ਦਿੱਤੀ ਸੀ। ਖੈਰ, ਉਹਨਾਂ ਦਾ ਇੱਕ ਪਰਸਨਲ ਫੈਸਲਾ ਸੀ। ਇੱਕ ਪਾਸੇ ਉਹ ਸੀ, ਇੱਕ ਪਾਸੇ ਕਾਂਗਰਸ ਪਾਰਟੀ ਸੀ ਜਿਹਦੇ ਵਿੱਚ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ, ਕਿਉਂਕਿ ਤੁਹਾਨੂੰ ਯਾਦ ਹੋਣਾ ਆ ਜਦੋਂ ਆ ਦੌਰ ਚੱਲ ਰਿਹਾ ਸੀ ਤਾਂ ਮੈਂ ਬਹੁਤ ਚਰਚਿਤ ਹੋਇਆ ਹੋਇਆ ਸੀ, ਮੈਂ ਫਲਾਣੇ ਲੀਡਰ ਸਾਹਿਬਾਨ ਨੂੰ ਧਮਕੀ ਦਿੱਤੀ ਹੈ, ਮੈਂ ਫਲਾਣੇ ਨੂੰ ਕੀਤੀ ਹੈ, ਤੇ ਮੈਨੂੰ ਕਈ ਵਾਰ ਕਈਆਂ ਨੇ ਖੁਰੇਦਣ ਦੀ ਕੋਸ਼ਿਸ਼ ਕੀਤੀ। 2-4 ਦਿਨ ਪਹਿਲਾਂ ਜਿਹੜੇ ਸਾਹਮਣੇ ਵਾਲੇ ਹੈਗੇ ਆ, ਇਹਨਾਂ ਨੇ ਵੀ ਆਪਦੇ ਇੰਟਰਵਿਊ 'ਚ ਇਹ ਗੱਲ ਆਖੀ, ਕਹਿੰਦੇ ਜਿਹੜਾ ਕੈਪਟਨ ਦਾ ਨਹੀਂ ਬਣਿਆ ਉਹ ਦਾਖੇ ਵਾਲੇ, ਉਹ ਤੁਹਾਡਾ ਕੀ ਬਣੂ। ਮੈਂ ਕਿਹਾ ਇਹ ਗੱਲਾਂ ਇੱਥੇ ਰੋਕ ਲਓ। 14-15 ਸਾਲ ਮੈਂ ਵੀ ਬਹੁਤ ਨੇੜੇ ਹੋ ਕੇ ਬਹੁਤ ਕੁਝ ਦੇਖਿਆ, ਮੇਰੇ ਅੰਦਰ ਬਹੁਤ ਕੁਝ ਦਫਨ ਹੈ, ਗੱਲਾਂ ਮੇਰੇ ਮਨ 'ਚ ਵੀ ਬਹੁਤ ਹੈ। ਪਰ ਆਹ ਜਿਹੜਾ ਤੁਸੀਂ ਗੱਲ ਦਾ ਜਵਾਬ ਮੇਰੇ ਤੋਂ ਮੰਗਦੇ ਹੋ, ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਮੈਂ ਮਾਂ ਦਾ ਬਣ ਕੇ ਰਹਿ ਗਿਆ ਠੀਕ ਸੀ, ਜਾਂ ਉਸ ਇਨਸਾਨ ਨਾਲ ਜਾ ਕੇ ਜਿਸ ਇਨਸਾਨ ਨੇ ਇੱਕ ਇਹੋ ਜਿਹੀ ਪਾਰਟੀ ਨਾਲ ਸਮਝੌਤਾ ਕਰ ਲਿਆ ਜਿਹਦੇ ਤੇ, ਜਿਵੇਂ ਮੈਂ ਪਹਿਲਾਂ ਆਖਿਆ ਹੈਗਾ, ਜਿਹੜੇ ਸਾਡੇ 1.5 ਸਾਲ ਦਾ ਜਿਹੜਾ ਹੈਗਾ ਲੇਖਾ ਜੋਖਾ, ਉਹਨੇ ਜਿਹਦੇ ਨਾਲ ਉਸ ਪਾਰਟੀ ਨਾਲ ਜਿਹੜਾ ਅਸੀਂ ਕਰਨਾ ਹੈਗਾ, ਜਿਹੜੇ ਸਾਡੇ 700 ਤੋਂ ਉੱਤੇ ਜਿਹੜੀ ਸਾਡੀਆਂ ਸ਼ਹਾਦਤਾਂ ਹੋਈਆਂ, ਜਿਨ੍ਹਾਂ ਦੇ ਉੱਤੇ ਉਹ ਲੱਗੇ ਹੋਏ ਹੈਗੇ, ਇਲਜ਼ਾਮ ਲੱਗੇ ਹੋਏ ਹੈਗੇ ਆ, ਕਿ ਉਹਨਾਂ ਨਾਲ ਇਹ ਗੱਲ ਮਤਲਬ ਇਹ ਲੈਣਾ ਸੀ, ਤਾਂ ਮੈਂ ਜਿੱਥੇ ਬੈਠਾ ਉੱਥੇ ਠੀਕ ਹੈ। ਗੱਲਾਂ ਤੁਸੀਂ ਜਿਸ ਸਿਸਟਮ 'ਚ ਰਹਿੰਦੇ ਹੋ ਉਸ ਸਿਸਟਮ ਵਿੱਚ ਰਹਿ ਕੇ ਉਸ ਸਿਸਟਮ ਦਾ ਤੁਹਾਨੂੰ ਆਦਰ ਕਰਨਾ ਚਾਹੀਦਾ। ਮੈਂ ਹਿੱਸਾ ਬਣਿਆ, ਮੈਨੂੰ ਉਸ ਹਿੱਸੇ ਵਿੱਚ ਬਹੁਤ ਗੱਲਾਂ ਦਾ ਮੇਰੇ ਕੋਲੇ, ਜਿਹਨੂੰ ਕੋਲੇ ਜ਼ਖੀਰਾ ਆਪਾਂ ਕਹਿੰਦੇ ਪਿਆ ਹੈਗਾ, ਪਰ ਉਹ ਅੰਦਰ ਦਫਨ ਰਹਿ ਜਾਣ ਚੰਗਾ। ਇਸੇ ਕਰਕੇ ਜਿਹੜਾ ਪਰਸਨਲ ਅਟੈਕ ਕਰਨਾ, ਪਰਸਨਲ ਕਰੈਕਟਰ ਦੇ ਉੱਤੇ ਵਾਰ ਕਰਨੇ, ਇਹਨਾਂ ਤੋਂ ਜਿੰਨਾ ਕੋਈ ਗੁਰੇਜ਼ ਕਰ ਲੇ ਉਨਾ ਹੀ ਚੰਗਾ ਹੈ। ਪਰ ਸੰਧੂ ਸਾਹਿਬ, ਇਹ ਜਿਹੜੀਆਂ ਤੁਸੀਂ ਦਫਨ ਕੀਤੀਆਂ ਗੱਲਾਂ, ਇਹ ਬਾਹਰ ਕਿਉਂ ਨਹੀਂ ਆਉਣੀਆਂ ਚਾਹੀਦੀਆਂ? ਮੈਂ ਨਾ ਜੀ, ਦੇਖੋ ਸੋਚ ਹੈ, ਕਿਉਂ ਨਹੀਂ ਆਉਣੀਆਂ ਚਾਹੀਦੀਆਂ, ਆਉਣੀਆਂ ਵੀ ਚਾਹੀਦੀਆਂ। ਇੱਕ ਸੋਚ ਹੈ, ਮੇਰੀ ਸੋਚ ਕੀ ਹੈ, ਤੁਹਾਨੂੰ ਯਾਦ ਹੋਣਾ ਹੈ ਡਾਕਟਰ ਮਨਮੋਹਨ ਸਿੰਘ ਇੱਕ ਬਹੁਤ ਅੱਛੀ ਸ਼ਖਸੀਅਤ ਹੈ ਜਿਹਦੀ ਹਰ ਪਾਸੇ ਦੁਨੀਆ ਭਰ ਵਿੱਚ ਉਹਨਾਂ ਦੀ ਬੜੀ ਇੱਜ਼ਤ ਹੈ। ਐਜ਼ ਆਫ ਟੁਡੇ ਹੀ ਪ੍ਰੋਬਬਲੀ ਵਨ ਆਫ ਦਾ ਮੋਸਟ ਰਿਸਪੈਕਟਡ ਮੇਰੇ ਖਿਆਲ ਸਿਆਸਤਦਾਨ ਹੋਣਗੇ। ਉਹਨਾਂ ਨਾਲ ਇੱਕ ਮੀਡੀਆ ਐਡਵਾਈਜ਼ਰ ਰਿਹਾ ਸੀ, ਉਹਨੇ ਇੱਕ ਕਿਤਾਬ ਲਿਖੀ ਸੀ, ਉਸ ਕਿਤਾਬ ਵਿੱਚ ਉਹਨੇ ਬੜੀਆਂ ਉਹਨਾਂ ਦੀਆਂ ਪਰਸਨਲ ਗੱਲਾਂ ਬਾਰੇ ਜ਼ਿਕਰ ਕੀਤਾ ਸੀ। ਅੱਛਾ। ਔਰ ਉਸ ਦੀ ਜਦੋਂ ਕਿਤਾਬ ਬਾਹਰ ਆਈ, ਉਸ ਦੀ
ਬੜੀ ਵਾਹ ਵੀ ਕੀਤੀ ਜਿਹੜੀਆਂ ਵਿਰੋਧੀ ਪਾਰਟੀਆਂ ਸੀ, ਪਰ ਜਿਹੜੇ ਸੰਜੀਦਗੀ ਨਾਲ ਜਿਹੜੇ ਬੰਦੇ ਜ਼ਿੰਦਗੀ ਬਸਰ ਕਰਦੇ ਆ, ਉਹਨਾਂ ਨੇ ਉਸ ਗੱਲ ਤੇ ਬੜਾ ਇਤਰਾਜ਼ ਕੀਤਾ ਵੀ ਕੋਈ ਇਨਸਾਨ ਜੇ ਇੱਕ ਸਿਸਟਮ 'ਚ ਰਹਿ ਕੇ ਇਸ ਕਿਸਮ ਦੀਆਂ ਸੀਕ੍ਰੇਟ ਚੀਜ਼ਾਂ ਤੋਂ ਜਾਣੂ ਹੈਗਾ, ਉਹ ਸਮੇਂ ਦੇ ਨਾਲ ਹੀ ਦਫਨ ਹੋ ਜਾਣੀਆਂ ਚਾਹੀਦੀਆਂ। ਉਹਨਾਂ ਨੂੰ ਸਮੇਂ ਤੋਂ ਬਾਅਦ ਇਸ ਤਰੀਕੇ ਜਾਂ ਤਾਂ ਤੁਸੀਂ ਉਦੋਂ ਹਿੱਸਾ ਨਾ ਬਣਦੇ, ਜੇ ਤੁਸੀਂ ਹਿੱਸਾ ਬਣ ਗਏ ਸੀ ਫਿਰ ਤੁਸੀਂ ਅੱਜ ਉਹਨੂੰ ਪ੍ਰਕਾਸ਼ਿਤ ਕਰੋ ਜਾਂ ਲੋਕਾਂ ਅੱਗੇ ਲੈ ਕੇ ਜਾਓ, ਉਹ ਕੋਈ ਚੰਗਾ ਨਹੀਂ ਸੀ। ਸੋ ਮੈਂ ਕਿਤੇ ਨਾ ਕਿਤੇ ਮੈਂ ਉਸ ਗੱਲ ਤੋਂ ਪ੍ਰਭਾਵਿਤ ਹੋ ਕੇ ਮੈਂ ਮਹਿਸੂਸ ਕਰਦਾ ਕਿ ਵਾਕਈ ਇਹੋ ਜਿਹੀਆਂ ਚੀਜ਼ਾਂ ਜੇ ਤੁਹਾਡੇ 'ਤੇ ਇਲਜ਼ਾਮ ਕੋਈ ਲੱਗ ਗਿਆ, ਉਸ ਨੂੰ ਚੁੱਪ ਕਰਕੇ ਸਹਿਨ ਕਰ ਲਓ, ਕਿਉਂਕਿ ਤੁਸੀਂ ਉਦੋਂ ਉਸ ਕੁਰਸੀ 'ਤੇ ਸੀ, ਤੁਹਾਡੇ 'ਤੇ ਕੋਈ ਜ਼ਿੰਮੇਵਾਰੀ ਸੀ। ਉਸ ਜ਼ਿੰਮੇਵਾਰੀ 'ਚ ਕੀ ਹੋਇਆ, ਕਿਵੇਂ ਹੋਇਆ, ਅੰਦਰ ਪਿੱਛੇ, ਉਹ ਸਿਰਫ ਤੁਹਾਨੂੰ ਪਤਾ ਹੈ। ਜੇ ਹੁਣ ਲੋਕਾਂ ਨੇ ਉਸ ਨੂੰ ਚਰਚਾ ਦਾ ਵਿਸ਼ਾ ਬਣਾ ਲਿਆ, ਤੁਸੀਂ ਉਹਨੂੰ ਹੋਰ ਕੰਟਰੋਵਰਸ਼ੀਅਲ ਨਾ ਕਰੋ। ਸਰ ਆਈ ਰਿਸਪੈਕਟ ਯੂਰ ਪੁਆਇੰਟ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਿਨ੍ਹਾਂ ਦੇ ਨਾਲ ਤੁਸੀਂ ਰਹੇ, ਜਿਨ੍ਹਾਂ ਦੇ ਨਾਲ ਉੱਠੇ ਬੈਠੇ, ਜੋ ਤੁਹਾਡੀਆਂ ਗੱਲਾਂ ਆਪਸ ਦੇ ਵਿੱਚ ਹੋਈਆਂ, ਉਹਨੂੰ ਪਬਲਿਕਲੀ ਨਹੀਂ ਲੈ ਕੇ ਆਉਣਾ ਚਾਹੀਦਾ। ਪਰ ਮੈਂ ਇੱਕ ਛੋਟੀ ਜਿਹੀ ਚੀਜ਼ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ, ਜਿਹੜੀਆਂ ਗੱਲਾਂ ਤੁਹਾਡੇ ਅੰਦਰ ਦਫਨ ਨੇ ਕੈਪਟਨ ਸਾਹਿਬ ਨੂੰ ਲੈ ਕੇ, ਉਹਦੇ 'ਚ ਕਿਤੇ ਲੋਕਾਂ ਦਾ ਨੁਕਸਾਨ ਤਾਂ ਨਹੀਂ, ਉਹ ਕਿਤੇ ਐਂ ਤਾਂ ਨਹੀਂ ਕਿ ਪਬਲਿਕ ਪਲੇਟਫਾਰਮ 'ਤੇ ਆਉਣੀਆਂ ਚਾਹੀਦੀਆਂ ਪਰ ਫਿਰ ਵੀ ਉਹ ਦਫਨ ਨੇ? ਮੈਂ ਕਿਤੇ ਕ੍ਰਿਟੀਕਲੀ ਉਸ ਸੋਚ ਨਹੀਂ ਲੈ ਕੇ ਚੱਲਿਆ, ਇਸ ਕਰਕੇ ਉਹਨਾਂ ਗੱਲਾਂ ਨੂੰ ਇਸ ਤਰੀਕੇ ਨਾਲ ਨਹੀਂ ਸੋਚਿਆ। ਅੱਜ ਤੁਸੀਂ ਇਹ ਸਵਾਲ ਕੀਤਾ, ਬੜਾ ਮੈਂ ਕਹਿੰਦਾ ਬੜਾ ਮੇਰੇ ਇੰਨੀਆਂ ਇੰਟਰਵਿਊਆਂ ਵਿੱਚੋਂ ਮੈਂ ਮਹਿਸੂਸ ਕਰਦਾ ਬੜਾ ਇੰਪੋਰਟੈਂਟ ਸਵਾਲ ਹੈ। ਔਰ ਜੇ ਸਵਾਲ ਦੇ ਵਿੱਚ ਇਸ ਚੀਜ਼ ਨੂੰ ਮੈਂ ਦੁਬਾਰਾ ਪਿੱਛੇ ਜਾ ਕੇ ਇਸ ਚੀਜ਼ ਨੂੰ ਸਾਰਾ ਮੈਂ ਜਿਹਨੂੰ ਕਹਿੰਦੇ ਨੇ ਇੱਕ ਰਿਵਾਈਜ਼ ਕਰੂੰਗਾ, ਔਰ ਆਹ ਜਿਹੜਾ ਤੁਸੀਂ ਸਵਾਲ ਮੈਨੂੰ ਕੀਤਾ, ਇਸ ਨੂੰ ਜ਼ਰੂਰ ਇਸ ਤਰੀਕੇ ਨਾਲ ਸੋਚੂੰਗਾ। ਤੇ ਨਿਕਲਣਗੀਆਂ, ਜੇ ਪਤਾ ਲੱਗੇਗਾ। ਉਹੀ ਗੱਲ ਕਹਿਣਾ, ਮੈਂ ਜੇ ਇਸ ਤਰੀਕੇ ਦੀ ਗੱਲ ਤੁਸੀਂ ਵੀ ਕਿਤਾਬ ਲਿਖੋਗੇ? ਨਾ ਕਿਤਾਬਾਂ ਲਿਖਣ ਵਾਲੇ ਆਪਾਂ ਹੈ ਨਹੀਂ ਸਾਹਿਬ, ਪ੍ਰੈਕਟੀਕਲ ਬੰਦੇ ਹੈਗੇ। ਦਿਲ ਤਾਂ ਗੱਲਾਂ ਹੀ ਤਾਂ ਕਰਨ ਨੂੰ ਦਿਲ ਕਰਦਾ ਵੀ ਹਾਂ ਮੈਂ ਕਿਤਾਬ ਲਿਖੂੰਗਾ। ਮੈਂ ਤਾਂ ਸ਼ੇਅਰ ਨਹੀਂ ਦੀਆਂ 2 ਲਾਈਨਾਂ ਨਹੀਂ ਪੜ੍ਹ ਕੇ ਬੋਲ ਸਕਦਾ ਹੈਗਾ, ਤੇ ਮੈਂ ਕਿਤਾਬ ਕਿੱਥੋਂ ਲਿਖ ਲੂੰਗਾ? ਆਹੀ ਇੱਕ ਜ਼ਰੀਆ ਬਣਿਆ ਹੈਗਾ, ਮੈਂ ਲੋਕਾਂ ਨਾਲ ਜੁੜਿਆ ਹੋਇਆ ਹੈਗਾ। ਪਹਿਲੇ 15 ਸਾਲ ਇੱਕ ਇਨਡਾਇਰੈਕਟ ਤਰੀਕੇ ਨਾਲ ਜੁੜਿਆ ਹੋਇਆ ਸੀ, ਪਰਦੇ ਦੇ ਪਿੱਛੇ ਕਹਿ ਲਓ। ਜਦੋਂ ਤੁਸੀਂ ਦਫ਼ਤਰ ਸੰਭਾਲਦੇ ਹੋ, ਦੁਨੀਆ ਤਾਂ ਤੁਹਾਡੇ ਨਾਲ ਉੱਥੇ ਵੀ ਮੁਲਾਕਾਤ ਕਰਦੀ ਆ, ਪਰ ਇੱਕ ਹੋਰ ਨਜ਼ਰੀਏ ਨਾਲ, ਇੱਕ ਹੋਰ ਤਰੀਕੇ ਨਾਲ। ਜਦੋਂ ਤੁਸੀਂ ਉਮੀਦਵਾਰ ਜਾਂ ਇੱਕ ਸਿਆਸਤਦਾਨ ਫੀਲਡ 'ਤੇ ਆ ਕੇ ਆ ਜਾਂਦੇ ਹੋ, ਉਦੋਂ ਤੁਹਾਡਾ ਜਿਹੜਾ ਸਿਸਟਮ ਹੁੰਦਾ ਹੈ ਜਾਂ ਗੱਲਬਾਤ ਕਰਨ ਦਾ ਜਾਂ ਕੰਮ ਕਰਨ ਦਾ, ਉਹ ਇੱਕ ਡਿਫਰੈਂਟ ਤਰੀਕਾ ਹੁੰਦਾ। ਮੈਂ ਇਸ ਤਰੀਕੇ ਦੇ ਵਿੱਚ ਕਾਫੀ ਜ਼ਿਆਦਾ ਹੁਣ ਸੰਤੁਸ਼ਟ ਹੈਗਾ, ਔਰ ਅੱਛਾ ਲੱਗਦਾ ਲੋਕਾਂ ਦੇ ਵਿੱਚ ਰਹਿ ਕੇ, ਪਰਿਵਾਰ ਦਾ ਇੱਕ ਹਿੱਸਾ ਬਣ ਕੇ, ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਨਾਲ ਸ਼ਰੀਕ ਹੋ ਕੇ, ਇੱਕ ਦੂਜੇ ਦੇ ਕੰਮ ਆ ਕੇ। ਮੈਂ ਇੱਕ ਦੂਜੇ ਦੇ ਤਾਂ ਕਹਿੰਦਾ ਕਿ ਹਮੇਸ਼ਾ ਇਹ 2 ਵੇ ਟ੍ਰੈਫਿਕ ਹੁੰਦਾ, ਇਹ 1 ਵੇ ਨਹੀਂ ਹੁੰਦਾ। ਮੈਂ ਆ ਕੀਤਾ, ਮੈਂ ਕੁਛ ਵੀ ਨਹੀਂ, ਅਸੀਂ ਸਭ ਨੇ ਕੀਤਾ, ਕਰਾਉਣ ਵਾਲਾ ਉਤਲੇ। दोस्तों, किसी शायर ने कहा सीगा कि कश्तियाँ सबकी किनारों पर लगी ही जाती हैं, ना खुदा जिनका नहीं होता उनका खुदा होता है। संधू साहब ने कहा कि मैं कौन हाँ तकदीर बदलने वाला। लोग ने, ये जो लोग सानू देखते पे बैठ के, वो लोग ने जिन्होंने तकदीर बदलनी है पंजाब दी, क्योंकि पंजाब दे लई वड्डा इम्तिहान है। सर बहुत बहुत शुक्रिया वक्त देने लई। बहुत बहुत धन्यवाद सर, तुसी टाइम कट के आए। मैं रोजाना स्पोक्समैन का और थोड़ा सारे TV क्रू का तहे दिलों धन्यवाद करदा। थैंक यू। थैंक यू।